ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਿੱਧੀ ਗੱਲ ਪ੍ਰੋਫੈਸਰ ਮਨਜੀਤ ਸਿੰਘ ਜੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਰਮਨ ਬਾਜਵਾ। ਦਰਸ਼ਕੋ, ਅੱਜ ਅਸੀਂ ਕਈ ਮਸਲਿਆਂ ਤੇ ਪ੍ਰੋਫੈਸਰ ਸਾਹਿਬ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਤੇ ਗੱਲਬਾਤ ਤੋਂ ਪਹਿਲਾਂ ਉਹਨਾਂ ਦਾ ਨਿੱਘਾ ਸਵਾਗਤ ਕਰ ਲਈਏ। ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਾਹਿਬ, ਬਹੁਤ ਬਹੁਤ ਸਵਾਗਤ ਹੈ। बहुत बहुत धन्यवाद रमन जी। ਪ੍ਰੋਫੈਸਰ ਸਾਹਿਬ, ਅੱਜ ਕਿਸਾਨ ਜੋ ਨੇ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਉਹਨਾਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ, ਜਿਸ ਨੂੰ ਦੇਸ਼ ਭਰ ਵਿੱਚ ਭਰਵਾਂ ਹੁੰਗਾਰਾ ਮਿਲਦਾ ਨਜ਼ਰ ਆ ਰਿਹਾ ਹੈ। ਰਾਜ ਦੀਆਂ ਵੱਖ-ਵੱਖ ਟ੍ਰੇਡ ਯੂਨੀਅਨਾਂ ਸਮੇਤ ਵੱਖ-ਵੱਖ ਜਥੇਬੰਦੀਆਂ ਇਸ ਵਿੱਚ ਸ਼ਾਮਿਲ ਹੋ ਕੇ ਭਰਵਾਂ ਸਮਰਥਨ ਦੇ ਰਹੀਆਂ ਨੇ ਤੇ ਕਿਸਾਨ ਆਗੂਆਂ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਦੇ ਅੰਨਦਾਤੇ ਤੇ ਬੜੇ ਸੰਕਟ ਦੇ ਇਸ ਮੱਦੇਨਜ਼ਰ ਇਸ ਵਿੱਚ ਸ਼ਾਮਿਲ ਹੋਣ ਤੇ ਅੱਜ ਐਮਰਜੈਂਸੀ ਸੇਵਾਵਾਂ ਨੂੰ ਬਹਾਲ ਰੱਖਦੇ ਆ। ਇਹਨਾਂ ਤੋਂ ਇਲਾਵਾ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਉਹ ਠੱਪ ਰੱਖੀਆਂ ਜਾਣਗੀਆਂ। ਕੀ ਕਹੋਗੇ ਤੁਸੀਂ? ਰਮਨ, ਇਹ ਤੇ ਹੈ ਹੀ ਹੈ ਕਿ ਭਾਵੇਂ ਇਹ ਸੱਦਾ ਦਿੱਤਾ ਤੇ ਕਿਸਾਨ ਵੀਰਾਂ ਵੱਲੋਂ ਗਿਆ ਆ, ਪਰ ਇਹ ਜਨ ਅੰਦੋਲਨ ਦਾ ਹਿੱਸਾ ਆ। ਜਦੋਂ ਹਰ ਵਰਗ ਇਹਦੇ ਵਿੱਚ ਸ਼ਾਮਲ ਹੋਊਗਾ, ਭਾਵੇਂ ਉਹ ਟ੍ਰੇਡਰਸ ਹੈ, ਇਨਕਲੂਡਿੰਗ SGPC ਹੈ, ਜਾਂ ਉਹਨਾਂ ਦੇ ਵੀ ਦਫ਼ਤਰ ਬੰਦ ਰਹਿਣਗੇ। ਜਾਣੀ ਕਿਹੜਾ ਅਦਾਰਾ ਜਿਹੜੇ ਵਿੱਚ ਇਹਦਾ ਅਸਰ ਨਹੀਂ ਪੈਣ ਵਾਲਾ? ਕੇਂਦਰੀ ਮੁਲਾਜ਼ਮ, ਸਟੇਟਾਂ ਦੇ ਮੁਲਾਜ਼ਮ, ਨੌਜਵਾਨ, ਹੋਰ ਸਾਰੇ ਤੇ ਲੱਗੇ ਹੀ ਆ, ਇਸ ਗੱਲ 'ਚ ਲੱਗੇ ਆ। ਜਿਹੜੇ ਖਾਸ ਕਰਕੇ ਇੰਪਲਾਈ ਤੇ ਰੈਗੂਲਰ ਫੰਕਸ਼ਨ ਵਾਲੀਆਂ ਚੀਜ਼ਾਂ, ਉਹਨੂੰ ਵੀ ਅੱਜ ਦਾ ਦਿਨ ਬੰਦ ਕਰਕੇ ਇਕੱਲਾ ਘਰ ਹੀ ਨਹੀਂ ਬਹਿਣਾ, ਸੜਕਾਂ 'ਤੇ ਆ ਕੇ ਪ੍ਰੋਟੈਸਟ ਕਰਨ ਦਾ ਸੱਦਾ ਹੈਗਾ। ਇਕੱਲਾ ਸੜਕਾਂ ਜਾਮ ਕਰਨ ਦਾ ਚੱਕਾ ਜਾਮ ਨਹੀਂ ਹੈ, ਇਹ ਭਾਰਤ ਨੂੰ ਜਾਮ ਕਰਨ ਦਾ, ਪੂਰੇ ਨੂੰ ਕਾਰੋਬਾਰ ਨੂੰ ਸ਼ਟ ਡਾਊਨ ਕਰਨ ਦਾ ਇਹ ਕਿਸਮ ਦਾ ਵੱਡੀ ਕਾਲ ਹੈਗੀ ਆ। ਔਰ ਉਹਦਾ ਭਰਵਾਂ ਹੰਗਾਰਾ ਮਿਲ ਰਿਹਾ। ਮੈਂ ਥੋੜ੍ਹਾ ਜਿਹਾ ਚੱਕਰ ਮਾਰ ਕੇ ਆਇਆ ਸੀ ਔਰ ਉੱਥੇ ਮੈਨੂੰ ਦੇਖਣ ਨੂੰ ਮਿਲਿਆ ਕਿ ਖਾਸ ਕਰਕੇ ਨੌਜਵਾਨ ਬੜੇ ਬੜੇ ਝੰਡੇ ਲੈ ਕੇ ਨਾਰੇ ਤੇ ਨਾਕੇ ਦੋਨੋਂ ਜ਼ਬਰਦਸਤ ਢੰਗ ਦੇ ਨਾਲ ਹੋ ਰਿਹਾ। ਪੰਜਾਬ ਦੇ ਵਿੱਚ ਤੇ ਸਾਨੂੰ ਇਸ ਕਿਸਮ ਦਾ ਹੰਗਾਰਾ ਮਿਲਿਆ। ਮੈਨੂੰ ਲੱਗਦਾ ਹਰਿਆਣੇ ਦੀ ਵੀ ਤਿਆਰੀ ਪੂਰੀ ਜ਼ਬਰਦਸਤ ਹੈਗੀ ਆ, UP 'ਚ ਵੀ ਇਸ ਤਰ੍ਹਾਂ ਹੋਊਗਾ। ਹੁਣ ਇਹ ਡਿਪੈਂਡ ਕਰਦਾ ਦਿੱਲੀ ਤੇ ਕੇਜਰੀਵਾਲ ਦੀ ਸਰਕਾਰ ਆ, ਉੱਥੇ ਉਹ ਕਿੰਨਾ ਕਿ ਇਸ ਗੱਲ ਨੂੰ ਅੱਗੇ ਲੈ ਕੇ ਜਾਂਦੇ ਆ। ਉੱਥੇ ਉਸ ਗੱਲ ਦਾ ਵੀ ਕਿਸਾਨਾਂ ਦਾ ਸਮਰਥਨ ਕਿੰਨਾ ਕਿਆ ਪਤਾ ਚੱਲ ਜੂਗਾ, ਕਿਉਂਕਿ ਇੱਥੇ ਤੇ ਹੁਣ 21 ਮਾਰਚ ਨੂੰ ਰੈਲੀ ਕਰਕੇ ਉਹ ਗਏ ਆ। ਬਾਕੀ ਦੇਸ਼ ਦੇ ਹਿੱਸੇ ਵਿੱਚ ਵੀ ਹੋ ਸਕਦਾ ਜਿੱਥੇ ਚੋਣਾਂ ਹੋ ਰਹੀਆਂ ਉੱਥੇ ਥੋੜਾ ਜਿਹਾ ਅਲੱਗ ਕਿਸਮ ਦਾ ਮਾਹੌਲ ਹੋਵੇ, ਪਰ ਬਾਕੀ ਸਾਰੀ ਜਗ੍ਹਾ ਬੰਦ ਦਾ ਜਿਹੜਾ ਵੱਡਾ ਹੰਗਾਰਾ ਮਿਲਣ ਦੀ ਉਮੀਦ ਹੈਗੀ। ਹੋਰ ਥੋੜ੍ਹੀ ਦੇਰ ਤੱਕ ਇਹ ਸਾਰੀਆਂ ਖਬਰਾਂ ਸਾਡੇ ਕੋਲ ਆਉਣ ਲੱਗ ਜਾਣਗੀਆਂ। ਜਿੱਥੇ ਅੱਜ ਬੰਦ ਦੀ ਕਾਲ ਇਸ ਗੱਲ ਦੀ ਕਲਮੀਨੇਸ਼ਨ ਆ ਕਿ ਪਹਿਲਾਂ ਇੰਨਾ ਕੁਛ ਹੋ ਚੁੱਕਾ, 2.5 ਮਹੀਨਿਆਂ ਲਈ ਰੇਲਾਂ ਦੇ ਟਰੈਕ ਰੋਕੇ, ਰੇਲਾਂ ਬੰਦ ਰੱਖੀਆਂ, ਹੁਣ 4 ਮਹੀਨਿਆਂ ਤੋਂ ਦਿੱਲੀ ਨੂੰ ਘੇਰਿਆ ਹੋਇਆ। ਫਿਰ ਦੇਖੋ ਜਿਹੜੀ ਐਕਸਪ੍ਰੈਸ ਵੇ ਆ ਉਸ ਨੂੰ ਵੀ 4 ਘੰਟੇ ਲਈ ਪਿੱਛੇ ਜੇ ਬੰਦ ਕੀਤਾ ਗਿਆ ਸੀ। ਬਹੁਤ ਕੁਝ ਕੀਤਾ ਗਿਆ, ਇਹਦੇ ਬਾਵਜੂਦ ਵੀ ਸਾਰਾ ਕੁਝ ਸਾਨੂੰ ਦੇਖਣ ਨੂੰ ਮਿਲਦਾ ਆ ਕਿ ਉਹ ਅਜੇ ਵੀ ਸਰਕਾਰ ਜਾਂ ਮੋਦੀ ਉਹਦੇ ਕੰਨਾਂ 'ਤੇ ਜੂੰ ਨਹੀਂ ਸਰਕ ਰਹੀ। ਉਹਦਾ ਰਿਜ਼ਲਟ ਇਹ ਨਿਕਲ ਰਿਹਾ ਆ ਕਿ ਹੁਣ ਸਾਨੂੰ ਅੱਜ ਪੂਰਾ ਭਾਰਤ ਬੰਦ ਕਰਕੇ ਕਿਸਾਨ ਵੀਰਾਂ ਨੂੰ ਆਪਣਾ ਰੋਸ ਪ੍ਰਗਟ ਕਰਨਾ ਦਾ ਇੱਕ ਉਪਰਾਲਾ ਕੀਤਾ ਆ। ਮੈਨੂੰ ਲੱਗਦਾ ਕਿ ਇਹਦੇ 'ਤੇ ਸ਼ਾਇਦ ਇੱਕ ਵੱਡਾ ਝਟਕਾ ਮੋਦੀ ਜੀ ਨੂੰ ਲੱਗੂਗਾ ਔਰ ਇਹਦਾ ਅਸਰ ਸਿੱਧਾ ਜਿੱਥੇ 5 ਸੂਬਿਆਂ 'ਚ ਚੋਣਾਂ ਹੋ ਰਹੀਆਂ ਉਹਦੇ 'ਤੇ ਵੀ। ਜੀ ਪ੍ਰੋਫੈਸਰ ਸਾਹਿਬ, ਇੱਥੇ ਜ਼ਿਕਰ ਖਾਸ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਵੀ ਭਾਰਤ ਬੰਦ ਨੂੰ ਸਮਰਥਨ ਦਿੰਦੇ ਆਪਣੇ ਦਫ਼ਤਰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਤੇ ਜੋ ਨਗਰ ਕੀਰਤਨ ਸੀ ਅੰਮ੍ਰਿਤਸਰ ਤੋਂ ਦਿੱਲੀ ਲਈ ਰਵਾਨਾ ਹੋਣਾ ਸੀ ਉਹ ਵੀ 1 ਦਿਨ ਲਈ ਰੋਕ ਦਿੱਤਾ ਗਿਆ। ਉਹਨਾਂ ਦੀ ਮੈਂ ਕਿੰਨਾ ਬੜੀ ਵੱਡਾਪਣ ਹੈਗਾ ਔਰ ਇੱਥੋਂ ਇਹ ਪਤਾ ਲੱਗਦਾ ਕਿ ਸ਼੍ਰੋਮਣੀ ਕਮੇਟੀ ਕਿਸਾਨਾਂ ਦੇ ਅੰਗ ਸੰਗ ਹੈਗੀ ਆ। ਔਰ ਇਹ ਇਸ਼ਾਰਾ ਕਰਕੇ ਮੈਂ ਵੀ ਇਸ ਗੱਲ ਨੂੰ ਦੇਖ ਰਿਹਾ ਸੀਗਾ ਕਿ ਹੋਰ ਕਿਸੇ ਨੇ ਸਪੈਸੀਫਿਕਲੀ ਇਸ ਗੱਲ ਨੂੰ ਸਾਰਿਆਂ ਨੂੰ ਆਪਣੇ ਅਦਾਰੇ ਦਾ ਅਨਾਉਂਸ ਨਹੀਂ ਕੀਤਾ, ਜਿਵੇਂ SGPC ਨੇ ਕੀਤਾ ਤੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਆਪਣੀ ਯਾਤਰਾ ਵੀ 1 ਦਿਨ ਲਈ ਹਾਲਟ ਕਰਾਂਗੇ। ਇਹ ਦੋਵੇਂ ਗੱਲਾਂ ਇਸ ਵੱਲ ਇਸ਼ਾਰਾ ਕਰਦੀਆਂ ਕਿ ਉਹ ਇਕੱਲਾ ਲੰਗਰ ਲਾ ਕੇ ਜਾਂ ਹੋਰ ਕਿਸਮ ਦੀਆਂ ਕੰਬਲ ਹੋਰ ਹੀ ਸਹਾਇਤਾ ਉੱਥੇ ਨਹੀਂ ਪਹੁੰਚਾ ਰਹੀਆਂ। ਜਿਹੜਾ ਸਿੰਘੂ ਤੇ ਟਿੱਕਰੀ ਬਾਰਡਰ ਦੇ ਉੱਤੇ ਬੇਗਮਪੁਰਾ ਸ਼ਹਿਰ ਵਸਿਆ, ਰਾਦਰ ਉਹ ਜਦੋਂ ਲੋੜ ਪਵੇ ਤਾਂ ਉਹਨਾਂ ਦੇ ਜਿਹੜੇ ਇੱਕ ਪ੍ਰੋਟੈਸਟ ਦੇ ਰੋਸ਼ ਵਿੱਚ ਵੀ ਉਸੇ ਤਰੀਕੇ ਨਾਲ ਸ਼ਾਮਿਲ ਹੈ ਜਿਵੇਂ ਬਾਕੀ ਦੇ ਦੇਸ਼ ਦੇ ਲੋਕ ਤੇ ਦੇਸ਼ ਦੇ ਅਦਾਰੇ ਸ਼ਾਮਿਲ ਹੈ। ਹਾਂਜੀ ਜੀ ਪ੍ਰੋਫੈਸਰ ਸਾਹਿਬ, ਨਸ਼ਾ ਤਸਕਰਾਂ ਨਾਲ ਸੰਬੰਧਾਂ ਦੇ ਦੋਸ਼ ਵਿੱਚ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ, ਜਿਸ ਵਿੱਚ IG ਉਮਰਾ ਨੰਗਲ, 2 SP ਅਤੇ 2 DSP ਮੁਅੱਤਲ ਕੀਤੇ ਗਏ ਨੇ। ਇਹ ਪੁਰਾਣਾ ਕੇਸ ਸੀਗਾ। ਮੈਨੂੰ ਲੱਗਦਾ ਜਿਹੜਾ IG ਉਮਰਾ ਨੰਗਲ ਆ ਇਹਨਾਂ ਦਾ ਤੇ ਦੋਹਰੀ ਮੁਅੱਤਲੀ ਹੋ ਗਈ, ਜਿਵੇਂ ਕਈ ਵਾਰੀ ਕਿਸੇ ਨੂੰ ਦੋਹਰੀ ਸਜ਼ਾ, ਦੋਹਰੀ ਫਾਂਸੀ ਵੀ ਲੱਗਦੀ, 4-4 ਵਾਰੀ ਵੀ ਸਜ਼ਾ ਹੋ ਜਾਂਦੀ ਹੈ। ਤੇ ਇਹ ਤੇ ਪਹਿਲਾਂ ਹੀ ਤੁਹਾਨੂੰ ਪਤਾ ਕੋਟਕਪੂਰੇ ਵਾਲੇ ਕੇਸ ਦੇ ਵਿੱਚ ਫਸੇ ਸੀ, ਸਸਪੈਂਡਡ ਸੀ। ਤੇ ਜਦੋਂ
ਉਹ ਸ਼ੈਕਸਪੀਅਰ ਕਹਿੰਦਾ ਕਿ ਜਦੋਂ ਪ੍ਰੋਬਲਮਾਂ ਆਉਂਦੀਆਂ ਉਹ ਬਟਾਲੀਅਨਸ ਵਿੱਚ ਆਉਂਦੀਆਂ। ਹੁਣ ਇਹ ਦਿਨ ਜਦੋਂ ਮਾੜੇ ਆ ਜਾਣ, ਵੈਸੇ ਤੇ ਗੱਲ ਇਹ ਹੈ ਕਿ ਪੁਲਿਸ ਤੇ ਸਾਰੀ ਦਾ ਜੋ ਹਾਲ ਹੈਗਾ ਹੀ ਆ ਸਾਡੇ ਪੰਜਾਬ 'ਚ, ਸਾਡੇ ਦੇਸ਼ 'ਚ, ਉਹ ਸਾਫ਼-ਸਾਫ਼ ਦੇਖਣ ਨੂੰ ਮਿਲਦਾ ਆ। ਪਰ ਜਿਹੜਾ ਫੜਿਆ ਜਾਏ ਚੋਰ ਤੇ ਉਹੀ ਹੈ। ਹੁਣ ਇਹ 10 ਸਾਲ ਪੁਰਾਣਾ ਕੇਸ ਆ, ਕੋਈ ਖੰਨੇ ਦਾ ਗੁਰਦਿਆਲ ਸਿੰਘ ਕੋਈ ਉਹਦਾ ਸੀਗਾ, ਉਹਦੇ 'ਚ ਜਦੋਂ ਬੰਦੇ ਨਾਮਜ਼ਦ ਹੋ ਜਾਣ ਤੇ ਹੋ ਜਾਣੇ, ਪਤਾ ਨਹੀਂ ਜੂਨ ਦੀ ਤੋਰੇ ਕਿਉਂ ਸਾਰਾ ਕੇਸ ਚੱਲਦਾ। ਜੇ ਕੋਈ ਆਮ ਬੰਦੇ ਦਾ ਹੋਵੇ ਤੇ ਉਹਦੇ ਤੇ ਮੌਰ ਜਿਹੜੇ ਕੁੱਟ-ਕੁੱਟ ਕੇ ਫੱਟ ਦੇਣੀ, ਲਾਲ ਕਰ ਦਿੰਦੇ ਆ, ਹੈ ਨਾ, ਹੱਡੀਆਂ ਪਸਲੀਆਂ ਇੱਕ ਕਰ ਦਿੰਦੇ ਆ। ਪਰ ਜਦੋਂ ਪੁਲਿਸ ਹੀ ਵਿੱਚ ਕੋਈ ਕੇਸ ਆ ਜਾਵੇ, ਉਹਦੀ ਕੰਪਲੇਂਟ ਦੇ ਉੱਤੇ 10-10 ਸਾਲ ਜਿਹੜੀ ਬੰਦੇ ਕੇਸ ਮਾਰ ਕੇ ਬੈਠੇ ਰਹਿੰਦੇ। ਇਸੇ ਤਰੀਕੇ ਨਾਲ ਇੱਕ ਹੋਰ ਵੀ ਅਕਾਲੀਆਂ ਵੇਲੇ ਤੁਹਾਨੂੰ ਪਤਾ ਉਹ ਕੇਸ ਡਰੱਗ ਦਾ ਚੱਲਿਆ ਆ, ਅਜੇ ਤੱਕ ਉਹ ਕਿਸੇ ਸਿਰੇ ਨਹੀਂ ਲੱਗਿਆ। ਉਹਨੇ ਵੀ ਕਈਆਂ ਦੇ ਨਾਂ ਲਏ ਸੀ, ਉਹ ਵੀ ਪੁਲਿਸ ਵਾਲਾ ਬੰਦਾ, ਉਹ ਤੇ ਪੁਲਿਸ ਵਾਲਾ ਖੁਦ ਬੰਦਾ ਹੈਗਾ ਪਹਿਲਵਾਨ ਕੋਈ। ਮੇਰਾ ਇਹ ਕਹਿਣ ਦਾ ਮਤਲਬ ਇਹ ਹੈਗਾ ਕਿ ਇਹ ਜੇ ਪੁਲਿਸ ਦੀ ਇਨਵੋਲਵਮੈਂਟ ਡਰੱਗ ਦੇ ਵਿੱਚ ਏਡੇ ਵੱਡੇ ਪੱਧਰ ਤੇ ਹੈ ਕਿ ਉਹਨਾਂ ਨੂੰ ਹੁਣ ਸਸਪੈਂਡ ਕਰਨਾ ਪੈ ਗਿਆ। ਔਰ ਛੋਟੇ ਰੈਂਕ ਦੇ ਬੰਦੇ ਨਹੀਂ ਆ, IG ਆ, SP ਆ, DSP, ਇਸ ਕਿਸਮ ਦੇ ਜਿਹੜੇ ਅਫਸਰ, ਪੁਲਿਸ ਅਫਸਰ ਡਰੱਗ ਦੇ ਵਿੱਚ ਪੁਸ਼ ਕਰਨ 'ਚ ਸ਼ਾਮਿਲ ਹੋਣਗੇ। ਤੇ ਪਹਿਲਾਂ ਇਹਦਾ ਮਤਲਬ ਜੇ ਪੰਜਾਬ ਦੇ ਵਿੱਚੋਂ ਡਰੱਗ ਖਤਮ ਕਰਨੀ ਆ, BSF ਜਿਹਨੂੰ ਬਾਰਡਰ ਸਿਕਿਉਰਿਟੀ ਫੋਰਸ ਕਹਿੰਦੇ ਆ, ਮੈਨੂੰ ਬਹੁਤ ਦੇਰ ਪਹਿਲਾਂ ਪਤਾ ਲੱਗਾ ਸੀ ਕਿ ਉਹ ਵੀ ਇਹੋ ਜਿਹੇ ਕੰਮਾਂ 'ਚ ਇਨਵੋਲਵਡ, ਕੁਝ ਸੈਕਸ਼ਨ ਉਹਨਾਂ 'ਚੋਂ ਕੁਝ ਉਹਨਾਂ ਦੇ ਹਿੱਸੇ ਰਹਿੰਦੇ ਹੈਗੇ, ਖਾਸ ਕਰ ਜਿਹੜੇ ਬਾਰਡਰ ਦੇ ਉੱਤੇ ਆ, ਤੇ ਇੱਧਰੋਂ ਉੱਧਰੋਂ ਉਹਨਾਂ ਦੀ ਮਦਦ ਸਮਗਲਰਾਂ ਦੀ ਕਰ ਦਿੰਦੇ ਆ। ਇਹ ਪੁਲਿਸ ਵੱਲੋਂ ਤੇ ਅੱਗੇ ਵੀ ਇਹੋ ਜਿਹੇ ਆਏ ਆ, ਪਰ ਇਹ ਬਹੁਤ ਵੱਡਾ ਇੰਕਸ਼ਾਫ ਹੈਗਾ, ਇੱਕ ਬਹੁਤ ਵੱਡਾ ਖੁਲਾਸਾ ਹੈ। ਆਪਾਂ ਹੁਣ ਇੱਥੋਂ ਇਹ ਅੰਦਾਜ਼ਾ ਲਾਓ ਕਿ ਜੇ ਅਸੀਂ ਪੁਲਿਸ ਦੀ ਮਦਦ ਦੇ ਨਾਲ ਪੰਜਾਬ ਦੇ ਵਿੱਚੋਂ ਡਰੱਗ ਨੂੰ ਖਤਮ ਕਰਨਾ, ਕਿਉਂਕਿ ਕਾਨੂੰਨ ਤੇ ਇਹਨਾਂ ਕੋਲ ਆ, ਇਹਨਾਂ ਨੂੰ ਇਸੇ ਕਰਕੇ ਵਰਦੀਆਂ ਪਵਾਈਆਂ, ਇਸੇ ਕਰਕੇ ਤਨਖਾਹਾਂ ਦਿੰਦੇ ਹੈ ਕਿ ਤੁਸੀਂ ਚੋਰਾਂ ਨੂੰ ਫੜਨਾ, ਗਲਤ ਬੰਦਿਆਂ ਨੂੰ ਫੜਨਾ, ਸਮਗਲਿੰਗ ਇੱਥੇ ਹੋਣ ਨਹੀਂ ਦੇਣੀ। ਤੇ ਜੇ ਵਾੜੀ ਖੇਤ ਨੂੰ ਖਾਣ ਲੱਗ ਜੂਗੀ ਤੇ ਫਿਰ ਤੇ ਜੋ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀਗਾ ਵੀ ਇਹ ਤੇ ਫਿਰ ਸਮਾਜ ਦੇ ਵਿੱਚ ਹਾਹਾਕਾਰ ਇਸੇ ਕਰਕੇ ਹੀ ਹੈ ਨਾ, ਕਿ ਜਿੱਥੋਂ ਤੁਸੀਂ ਇਨਸਾਫ ਲੈਣ ਜਾਂਦੇ ਹੋ ਉਹੀ ਤੁਹਾਡੇ ਨਾਲ ਬੇਇਨਸਾਫੀ ਕਰਨ, ਅੱਗੇ ਫੜ ਕੇ ਕੁੱਟਣ ਮਾਰਨ ਕਰਨ, ਸਾਰੀਆਂ ਬਦਮਗਜ਼ੀਆਂ ਕਰਨ। ਜਾਣੀ ਜੇ ਕੋਈ ਰੇਪ ਵੂਮੈਨ ਚਲੇ ਜੇ ਆਪਣੀ ਰੇਪ ਦੀ ਕੰਪਲੇਂਟ ਲੈ ਕੇ ਉਹਨੂੰ ਹੋਰ ਰੇਪ ਕਰ ਦੇਣ, ਇਹੋ ਜਿਹੇ ਇੰਸੀਡੈਂਟ ਤੁਹਾਨੂੰ ਸਾਹਮਣੇ ਮਿਲਦੇ ਆ। ਇਹ ਜਿਹੜਾ ਸਾਡਾ ਖੁੰਖਾਰੀ ਤਰੀਕਾ ਆ ਪੁਲਿਸ ਦਾ, ਇਸ ਬਿਲਕੁਲ ਜਿਸ ਤਰ੍ਹਾਂ ਬਲੱਡ ਕੈਂਸਰ ਹੋ ਜੇ ਤੇ ਸਾਰਾ ਬਲੱਡ ਸਾਫ਼ ਕਰਦੇ ਆ ਨਾ, ਇਹ ਜਿਹੜਾ ਕੈਂਸਰ ਉਹ ਲੱਗਾ ਹੋਇਆ ਸਾਡੀ ਪੁਲਿਸ ਦੇ ਸਿਸਟਮ ਨੂੰ, ਹੋਰਨਾਂ ਸਿਸਟਮਾਂ ਨੂੰ ਵੀ ਲੱਗਾ। ਬਿਊਰੋਕ੍ਰੇਸੀ ਵੀ ਬਚੀ ਨਹੀਂ, ਅਫਸਰਸ਼ਾਹੀ ਦੇ ਵਿੱਚ ਵੀ ਬਥੇਰੀ ਨਿਗਾਰ ਆ ਚੁੱਕਾ, ਬੜੀ ਸੜ ਚੁੱਕੀ ਅੰਦਰੋਂ। ਪੁਲਿਸ ਦਾ ਤੇ ਇੱਕ ਜਾਣੀ ਨੰਗਾ ਚਿੱਟਾ, ਕਿਉਂਕਿ ਇਹਨਾਂ ਕੋਲ ਹਥਿਆਰ ਹੁੰਦੇ ਆ, ਬਿਊਰੋਕ੍ਰੇਸੀ ਤੇ ਕਲਮ ਨਾ ਕਰਦੀ ਆ, ਉਹਦਾ ਕੋਈ ਬਹੁਤੀ ਪਰਵਾਹ ਨਹੀਂ ਕਰਦਾ। ਪਰ ਜਿੱਥੇ ਹਥਿਆਰ ਨਾਲ ਤੁਰੰਤ ਹੱਡ ਗੋਡੇ ਤੋੜਨ ਵਾਲਾ ਸਿਸਟਮ ਹੋਵੇ ਇਹਨਾਂ ਕੋਲ, ਉੱਥੇ ਲੋਕ ਥੋੜ੍ਹੇ ਜ਼ਿਆਦਾ ਪੈ ਪੀਤ ਹੁੰਦੇ ਆ, ਤੇ ਉੱਥੇ ਹੀ ਇਹ ਜ਼ਿਆਦਾ ਆਪਣੀ ਬੇਕਰਤੂਤੀਆਂ ਵਾਲੀਆਂ ਚਾਂਸ ਵੀ ਜ਼ਿਆਦਾ ਹੈ। ਇਹ ਅਸੀਂ ਬੜੀ ਦੇਰ ਦੇ ਕਹਿੰਦੇ ਹਾਂ ਕਿ ਪੁਲਿਸ ਤੋਂ ਬਗੈਰ, ਪੁਲਿਸ ਦੀ ਛਤਰੀ ਤੋਂ ਬਗੈਰ ਇਹ ਕਦੀ ਵੀ ਦੇਸ਼ ਦੇ ਅੰਦਰ ਜਾਂ ਪੰਜਾਬ ਦੇ ਵੀ ਧਰਤੀ ਦੇ ਉੱਤੇ ਇੱਕ ਚਿੜੀ ਨਹੀਂ ਇੱਧਰ ਉੱਧਰ ਜਾ ਸਕਦੀ, ਇੱਕ ਸੂਈ ਤੱਕ ਵੀ ਹਿੱਲ ਨਹੀਂ ਸਕਦੀ। ਇਹਨਾਂ ਦੇ ਵੀ ਗਾਂ ਆਕਾ ਹੈਗੇ ਆ, ਉਹ ਬੈਠੇ ਹੋਣਗੇ, ਭਾਵੇਂ ਕੋਈ ਹੋਰ ਵੱਡੇ ਸਮਗਲਰ ਇਹਨਾਂ ਦੇ ਆਕਾ ਹੋਣ ਜਿੱਥੇ ਇਹਨਾਂ ਦਾ ਸਿੱਧਾ ਕਨੈਕਸ਼ਨ ਹੋਵੇ, ਭਾਵੇਂ ਉਹ ਰਾਜਨੀਤਿਕ 'ਚ ਬੈਠੇ ਲੋਕ ਇਹਨਾਂ ਦੇ ਆਕਾ ਹੋਣ। ਇਹ ਵੀ ਕੋਈ ਇਕੱਲਿਆਂ ਦੀ ਜ਼ਰੂਰਤ ਨਹੀਂ ਹੈ ਕਿ ਆਪ ਹੀ ਆਪਣੇ ਤੌਰ ਤੇ ਉੱਠ ਕੇ ਤੇ ਕੋਈ ਕਰਨ ਲੱਗ ਜਾਣ, ਇਹ ਵੀ ਹੈ ਹਿੱਸਾ ਪੱਤੀ ਗਾਂ ਦਿੰਦੇ ਹੋਣਗੇ। ਇਹ ਤੇ ਹੁਣ ਜਦੋਂ ਇਹਨਾਂ ਨੂੰ ਥੋੜਾ ਕਟਾਪਾ ਲੱਗਣਾ ਚਾਹੀਦਾ, ਇਹਨਾਂ ਨੂੰ ਪੁੱਛਣਾ ਚਾਹੀਦਾ ਕਿ ਤੁਹਾਨੂੰ ਦੱਸੋ ਤੁਸੀਂ ਤੇ ਤੁਹਾਡੇ ਉੱਤੇ ਕਿਹੜੇ ਰਾਜਨੀਤਿਕ ਬੰਦੇ ਦੀ ਛਤਰੀ ਸੀਗੀ, ਤੇ ਆਪੇ ਗੱਲ ਸਾਫ਼ ਹੋ ਜਾਊਗੀ। ਪਰ ਇਹ ਜਿਹੜੀ ਅੰਦਰੇ ਅੰਦਰ ਕਾਲਾ ਮਾਲਾ ਸਾਰਾ ਲੈ ਦੇ ਕੇ ਹੋ ਜਾਂਦਾ, ਉਹਦੇ ਨਾਲ ਇਨਸਾਫ ਕਦੀ ਵੀ ਮਿਲ ਨਹੀਂ ਪੈਂਦਾ ਲੋਕਾਂ ਨੂੰ। ਪਰ ਜੋ ਪੰਜਾਬ ਦਾ ਨੁਕਸਾਨ ਇਹੋ ਜਿਹੇ ਪੁਲਿਸ ਵਰਦੀਆਂ ਪਾ ਕੇ ਇਹਨਾਂ ਨੇ ਲੋਕਾਂ ਦਾ ਕਰਤਾ, ਲੋਕਾਂ ਦਾ ਕਾਂਡ ਜੋ ਕਰਤਾ, ਲੋਕਾਂ ਦੇ ਬੱਚੇ ਜੋ ਤਬਾਹ ਕਰਤੇ। ਇੱਕ ਵੀ ਚੰਗਾ ਬੱਚਾ ਨਸ਼ੇ ਦੇ ਨਾਲ ਤਬਾਹ ਹੋਇਆ, ਉਹ ਘਰ ਕਿਵੇਂ ਉੱਜੜਦਾ ਉਹ ਉਸ ਹੀ ਜਾਣਦਾ। ਪਰ ਇਹਨਾਂ ਨੇ ਤੇ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਤਬਾਹ ਕਰਤੇ। ਇਹਨਾਂ ਨੂੰ ਤੇ ਕਿੰਨੀ ਵਾਰੀ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ, ਜੇ ਪ੍ਰੂਵ ਹੋ ਜਾਣ ਤੇ ਕਿੰਨੀ ਵਾਰੀ ਫਾਂਸੀ ਦੀ, ਲੱਖ ਟਾਈਮ ਹੀ ਹੋਣੀ ਚਾਹੀਦੀ ਹੈ ਨਾ। ਫਿਰ ਤੇ ਜਾਣੀ ਹਰ 2 ਮਿੰਟ ਬਾਅਦ ਇਹਨਾਂ ਨੂੰ ਫਾਂਸੀ ਮਿਲਣੀ ਚਾਹੀਦੀ ਹੈ। ਇਸ ਕਿਸਮ ਦੀ ਜਿਹੜੀ ਹਾਲਾਤ ਪੰਜਾਬ ਦੀ ਬਣੀ ਹੋਈ ਹੈ। ਹਾਂਜੀ ਰੋਮਨ, ਬੜੇ ਦੁੱਖ ਨਾਲ ਮੈਨੂੰ ਸਾਰਾ ਕਹਿਣਾ। ਜੀ ਬਿਲਕੁਲ ਜੀ। ਪ੍ਰੋਫੈਸਰ ਸਾਹਿਬ, ਹੁਣ ਅਸੀਂ ਅਗਲੀ ਖਬਰ ਤੇ ਨਜ਼ਰ ਮਾਰੀਏ ਤਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਨੂੰ ਜਿੱਥੇ ਲਗਾਤਾਰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਧਰ ਕੱਲ ਹਰਿਆਣਾ ਦੇ ਗੜੀ ਸਾਂਪਲਾ ਵਿੱਚ ਸਾਬਕਾ ਕੇਂਦਰੀ ਮੰਤਰੀ ਬਰਿੰਦਰ ਸਿੰਘ ਦੇ ਜਨਮ ਦਿਨ ਮੌਕੇ ਰੱਖੀ ਮੋਟਰਸਾਈਕਲ ਯਾਤਰਾ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ। ਤੇ ਉਧਰ ਰੂਪਨਗਰ ਵਿੱਚ ਰਾਜੇਸ਼ ਬਾਘਾ ਸਣੇ ਭਾਜਪਾ ਆਗੂ ਜਿਹੜੇ ਨੇ ਘੇਰੇ ਨੇ, ਉਹਨਾਂ ਦਾ ਕਾਲੀ ਝੰਡੀਆਂ ਦਿਖਾ ਕੇ ਰੋਸ ਜਤਾਇਆ ਗਿਆ। ਤੇ ਬਠਿੰਡਾ ਵਿੱਚ
ਸੁਰਜੀਤ ਕੁਮਾਰ ਜਿਆਣੀ ਦਾ ਕਿਸਾਨਾਂ ਦੇ ਵਿਰੋਧ ਕਰਦੇ ਆ ਉਹਨਾਂ ਨੂੰ 2 ਵਾਰ ਜਿਹੜੀ ਆਪਣੀ ਪ੍ਰੈਸ ਕਾਨਫਰੰਸ ਦੀ ਜਗ੍ਹਾ ਸੀ ਉਹ ਬਦਲਣੀ ਪਈ ਹੈ। ਦੇਖੋ ਇਹ ਤੇ ਸਾਰੀਆਂ ਖਬਰਾਂ ਥੋੜਾ ਜਿਹਾ ਲੋਕਾਂ ਦੇ ਮਨੋਰੰਜਨ ਦੀਆਂ ਖਬਰਾਂ ਆ, ਪਰ ਖਬਰਾਂ ਤੇ ਖਬਰਾਂ ਹੀ ਆ। ਤੁਸੀਂ ਕਿਉਂ ਨਹੀਂ ਜਾਣੀ ਜੀ, ਤੁਸੀਂ ਬਾਰ-ਬਾਰ ਗਏ ਆ, ਅਮਿਤ ਸ਼ਾਹ ਕੋ ਗਏ ਆ, ਇੱਥੇ ਕੱਲ ਹੀ ਬੈਠੇ ਆ, ਤੁਸੀਂ ਪ੍ਰੈਸ ਕਾਨਫਰੰਸਾਂ ਕਰਕੇ ਕੀ ਦੱਸਣਾ ਚਾਹੁੰਦੇ? ਬਥੇਰਾ ਜ਼ੋਰ ਲਾ ਲਿਆ ਲੋਕਾਂ ਨੂੰ ਸਮਝਾਉਣ ਦਾ ਕਿ ਕਾਨੂੰਨ ਠੀਕ ਹੈ, ਕਾਨੂੰਨ ਠੀਕ ਹੈ। ਜਦ ਹੁਣ ਇਹ ਲੋਕ ਨਹੀਂ ਮੰਨਦੇ ਤੇ ਉਹ ਆਪਣੇ ਜਿਹੜੇ ਤੁਹਾਡੇ ਲੀਡਰ ਸਾਹਿਬਾਨ ਆ ਉਹਨਾਂ ਨੂੰ ਜਾ ਕੇ ਕਹੋ ਕਿ ਸਾਡਾ ਤੇ ਜਾਨ ਛਡਾਓ। ਹਟਦੇ ਨਹੀਂ ਆ, ਉਧਰ ਨੂੰ ਕੁਝ ਕਹਿਣ ਦੀ ਜਗ੍ਹਾ ਉਲਟਾ ਲੋਕਾਂ ਨੂੰ ਸਮਝਾਉਣ ਚੱਲ ਪੈਂਦੇ ਆਪਣੇ ਲੀਡਰਾਂ ਦੇ ਕਹਿਣ ਤੇ। ਉਹੀ ਗਰੇਵਾਲ ਜੀ ਕਰ ਰਹੇ ਆ, ਉਹੀ ਜਿਆਣੀ ਜੀ ਕਰ ਰਹੇ ਆ। ਫਿਰ ਹੁਣ ਜਦੋਂ ਪ੍ਰੈਸ ਕਾਨਫਰੰਸ ਦਾ ਪਤਾ ਚੱਲਿਆ ਹੋਣਾ, ਲੋਕੀ ਘੇਰਦੇ ਆ, ਉਹ ਭੱਜ ਕੇ ਪ੍ਰੈਸ ਕਾਨਫਰੰਸ ਟੁੱਟੀ ਵੱਡੀ ਕਰ ਲਈ, ਉਹ 2 ਜਗ੍ਹਾ ਬਦਲ ਕੇ ਉਹਨਾਂ ਨੂੰ ਕਰਨੀ ਪਈ ਹੈ। ਪਰ ਮੈਨੂੰ ਇਹ ਨਹੀਂ ਕੋਈ ਬਹੁਤ ਖੁਸ਼ੀ ਹੈ ਇਸ ਗੱਲ ਦੀ ਕਿ ਇਹਨਾਂ ਦੀ ਪ੍ਰੈਸ ਕਾਨਫਰੰਸ ਡਿਸਟਰਬ ਹੋਈ ਜਾਂ ਇਹ ਨਹੀਂ। ਹਰ ਇੱਕ ਦਾ ਅਧਿਕਾਰ ਆ, ਕਰਨ ਦੇਣੀ ਵੀ ਚਾਹੀਦੀ ਹੈਗੀ। ਕੋਈ ਵੀ ਵਿਰੋਧੀ ਧਿਰ ਹੋਵੇ, ਆਪਾਂ ਨੂੰ ਕਿਸੇ ਨਾਲ ਹੁੱਲੜਬਾਜੀ ਜਾਂ ਕਿਸੇ ਨਾਲ ਧੱਕਾ ਨਹੀਂ ਕਰਨਾ ਚਾਹੀਦਾ। ਜਦ ਅਸੀਂ ਖੁਦ ਆਪਣੇ ਵਿਰੁੱਧ ਧੱਕਾ ਨਹੀਂ ਹੋਣ ਦੇਣਾ ਚਾਹੁੰਦੇ ਤਾਂ ਦੂਜਿਆਂ ਨਾਲ ਵੀ ਨਹੀਂ ਕਰਨਾ ਚਾਹੀਦਾ। ਪਰ ਇਹ ਜਿਆਣੀ ਜੀ ਲੋਕਾਂ ਦੇ ਦਰਦ ਨੂੰ ਸਮਝਣ ਦੀ ਕੋਸ਼ਿਸ਼ ਕਰਨ, ਉਹ ਪ੍ਰੋਟੈਸਟ ਕਰ ਰਿਹਾ, ਕੋਈ ਕੁੱਟਮਾਰ ਤੇ ਹੱਥੋਂ ਪਾਈ ਵਾਲੀ ਗੱਲ ਨਹੀਂ ਹੈ। ਵੀ ਇਹ ਜਿਹੜੇ ਇੰਨੀ ਹਾਲਤ ਬਣ ਗਈ ਕਿ ਘਰੋਂ ਨਿਕਲਣਾ ਬਾਹਰ ਹੋ ਗਿਆ, ਇਹ ਆਪਣੇ ਲੀਡਰਾਂ ਨੂੰ ਜਾ ਕੇ ਗੱਡੀ ਭਰ ਕੇ ਜਾ ਕੇ ਉੱਥੇ ਘਿਰਾਓ ਕਰਨ, ਇੰਪ੍ਰੈਸ ਕਰਨ ਕਿ ਸਾਨੂੰ ਤੁਸੀਂ ਇਸ ਰੋਸ ਚੋਂ ਤੇ ਆਕਰੋਸ਼ ਚੋਂ ਜਲਦੀ ਛਡਾਓ ਔਰ ਇਹਦਾ ਜਿਹੜਾ ਛੁਟਕਾਰਾ ਹੋ ਦਿੱਲੀ ਹੀ ਸਕਦਾ। ਇਹ ਜਿਹੜੇ ਵਰਿੰਦਰ ਜੀ ਆ, ਮੈਂ ਉਹਨਾਂ ਨੂੰ ਥੋੜਾ ਜਾਣਦਾ, ਉਹ ਬੜੇ ਇੱਕ ਇਨਕਲਾਬੀ ਬੈਕਗਰਾਊਂਡ ਚੋਂ ਹੈਗੇ ਆ। ਗਲਤੀ ਨਾਲ ਪਤਾ ਨਹੀਂ ਕਿਹੜੇ ਗੱਲ ਨਾਲ ਉਹਨਾਂ ਨੇ ਜੁਆਇਨ ਬੀਜੇਪੀ ਕਰ ਲਈ। ਹੁਣ ਜੇ ਜੁਆਇਨ ਬੀਜੇਪੀ ਕੀਤੀ ਹੈ ਤੇ ਜਦੋਂ ਐਡੇ ਵੱਡੇ ਪੱਧਰ ਤੇ ਕਿਸਾਨ ਲੱਗੇ ਹੋਏ ਆ, ਸੜਕਾਂ ਦੇ ਉੱਤੇ ਉਤਰੇ ਆ, ਬੰਦ ਕਰ ਰਹੇ, ਹੋਰ ਕਰ ਰਹੇ, ਤੇ ਤੁਹਾਨੂੰ ਜਨਮ ਦਿਨ ਮਨਾਉਣ ਦੀ ਚਮਚਿਆਂ ਨੂੰ ਕਾਹਨੂੰ ਐਡੀ ਮੋਟਰਸਾਈਕਲਾਂ ਦੇ ਉੱਤੇ ਕੀ ਲੋੜ ਸੀ ਇਹ ਕੰਮ ਕਰਨ ਦੀ? ਤੁਸੀਂ ਉਹਨਾਂ ਨੂੰ ਰੋਕਦੇ, ਕਹਿੰਦੇ ਕਿ ਮੇਰਾ ਜਨਮ ਦਿਨ ਇਸ ਵਾਰੀ ਨਹੀਂ, ਵੀ ਜਿੱਦਣ ਅਸੀਂ ਉਸ ਦਿਨ ਇੰਝ ਕਹਿ ਦਿੰਦੇ ਪ੍ਰੈਸ 'ਚ ਆ ਕੇ ਬਿਆਨ ਕਿ ਮੇਰਾ ਜਨਮ ਦਿਨ ਉਸੇ ਦਿਨ ਮਨਾਇਆ ਜਾਊਗਾ ਜਿਸ ਰੋਜ਼ ਕਿਸਾਨਾਂ ਦਾ ਮੰਗਾਂ ਜਿਹੜੀਆਂ ਸੰਪੂਰਨ ਮੰਨ ਕੇ ਜਿਹੜੇ ਜਿੱਤ ਦੇ ਨਗਾਰੇ ਤੇ ਚੋਟਾਂ ਮਾਰਦੇ ਕਿਸਾਨ ਵਾਪਸ ਆਉਣਗੇ, ਉਦਣ ਉਹੀ ਮੇਰਾ ਜਨਮ ਦਿਨ ਵੀ ਸਮਝਿਓ ਤੇ ਜਨਮ ਦੀ ਸੈਲੀਬ੍ਰੇਸ਼ਨ ਵੀ ਸਮਝਿਓ। ਇਹੋ ਜਿਹੀ ਗੱਲ ਕਰਨੀ ਸਿਆਣੇ ਬੰਦੇ ਨੂੰ ਚਾਹੀਦੀ। ਪਰ ਜੇ ਉਹਨਾਂ ਨੇ ਆਪਣੇ ਚਮਚਿਆਂ ਨੂੰ ਇਹੋ ਜਿਹਾ ਅਲਾਓ ਕੀਤਾ ਤਾਂ ਫਿਰ ਉਹਦਾ ਸਿੱਟਾ ਜੋ ਨਿਕਲਿਆ ਤੁਸੀਂ ਦੇਖਿਆ। ਉਹਨਾਂ ਦੇ ਵਿੱਚ ਰੁਕਾਵਟਾਂ ਪਈਆਂ, ਕਈ ਤਾਂ ਮੋਟਰਸਾਈਕਲ ਹੀ ਛੱਡ ਕੇ ਵਿਚਾਰੇ ਭੱਜ ਗਏ। ਜਿਨ੍ਹਾਂ ਨੇ ਜਲੂਸ ਕੱਢਣਾ ਸੀ ਆਪਣਾ ਹੀ ਜਲੂਸ ਕੱਢ ਕੇ ਚਲੇ ਗਏ। ਉਹ ਜਾਣੀ ਉਹ ਆਪਣੀ ਵਾਹਵਾਹੀ ਤੇ ਕੀ ਖੱਟਣੀ ਸੀਗੀ ਬੀਜੇਪੀ ਦੇ ਹੱਥੋਂ। ਤੇ ਲੋਕਾਂ ਸਾਨੂੰ ਇਹਨਾਂ ਨੂੰ ਸਮਝਣਾ ਚਾਹੀਦਾ, ਜਿਹੜੇ ਸਾਰੇ ਬੰਦੇ ਜਿਹੜੇ ਬੀਜੇਪੀ ਦੇ ਹੱਕ 'ਚ ਘੱਟੋ ਘੱਟ ਇਹਨਾਂ 3 ਸੂਬਿਆਂ 'ਚ ਖੜੇ ਹੋਣ ਦੀ ਕੋਸ਼ਿਸ਼ ਕਰਦੇ, ਉਹਨਾਂ ਨੂੰ ਸਮਝਣਾ ਚਾਹੀਦਾ ਕਿ ਹਾਲਾਤ ਠੀਕ ਨਹੀਂ ਆ। ਇਹੋ ਜਿਹਾ ਪਬਲਿਕ ਡੈਮੋਨਸਟ੍ਰੇਸ਼ਨ ਕਿਸੇ ਵੀ ਕਿਸਮ ਦਾ ਕਰਨਾ ਉਹ ਸਾਰਿਆਂ ਲਈ ਖਤਰੇ ਲਈ ਹੈ। ਜਿਹੜੇ ਪ੍ਰੋਟੈਸਟ ਨੂੰ ਕਰ ਰਹੇ ਆ ਉਹ ਵੀ, ਤੇ ਜਿਹੜੇ ਰੋਕ ਰਹੇ ਆ ਉਹਨਾਂ ਲਈ ਵੀ ਖਤਰੇ ਵਾਲੀ ਗੱਲ ਤੇ ਹੁੰਦੀ ਹੈ। ਜਿਹੜੇ ਤੁਸੀਂ ਕਿਸੇ ਨੂੰ ਰੋਕਣ ਜਾਂਦੇ ਆ ਤੇ ਤੁਹਾਡੇ ਤੇ ਵੀ ਕੋਈ ਨਾ ਕੋਈ ਕਿਸੇ ਵੇਲੇ ਹਮਲਾ ਜਾਂ ਕੋਈ ਸਰਕਾਰ ਦੀ ਲੱਠ ਜਿਹੜੀ ਗਾਜ ਗਿਰ ਸਕਦੀ ਹੁੰਦੀ। ਇਸ ਤਰ੍ਹਾਂ ਹੀ ਬਾਕੀ ਜਗ੍ਹਾ ਹੈ ਸਾਰੇ ਪੰਜਾਬ ਦੇ ਵਿੱਚ ਲਗਾਤਾਰ ਚੱਲ ਰਿਹਾ। ਹਾਂਜੀ ਰੋਮ ਜੀ ਪ੍ਰੋਫੈਸਰ ਸਾਹਿਬ, ਉਧਰ ਗੱਲ ਕਰੀਏ ਨਵਜੋਤ ਸਿੱਧੂ ਦੀ ਪੰਜਾਬ ਕੈਬਨਿਟ ਵਿੱਚ ਵਾਪਸੀ ਦੀ, ਜੋ ਲਗਾਤਾਰ ਵਿਵਾਦਾਂ ਵਿੱਚ ਬਣੀ ਹੋਈ ਹੈ, ਤਾਂ ਹੁਣ ਮੁੱਖ ਮੰਤਰੀ ਨੇ ਜੋ ਗੇਂਦ ਹੈ ਉਹਨਾਂ ਦੇ ਪਾਲੇ ਵਿੱਚ ਸੁੱਟ ਦਿੱਤੀ ਹੈ। ਉਹਨਾਂ ਨੂੰ ਵਜ਼ੀਰੀ ਦੀ ਪੇਸ਼ਕਸ਼ ਕੀਤੀ ਗਈ ਹੈ। ਹੁਣ ਫੈਸਲਾ ਸਿੱਧੂ ਦੇ ਹੱਥ ਹੈ। ਸਿੱਧੂ ਨੇ ਫੈਸਲਾ ਕਰਨਾ ਹੁੰਦਾ ਤਾਂ ਬਹੁਤ ਦੇਰ ਦਾ ਕਰ ਲੈਂਦਾ। ਹੁਣ ਸਿੱਧੂ ਤੇ ਇੱਕ ਕਿਸਮ ਦਾ ਕਈ ਵਾਰੀ ਸਾਨੂੰ ਬੜਾ ਅਜੀਬ ਜਿਹਾ ਲੱਗਦਾ ਕਿ ਜਿਹੜੇ ਮਨ 'ਚ ਉਹਨਾਂ ਦੀ ਗੱਲ ਆ ਜੇ ਔਰ ਉਹਨਾਂ ਦਾ ਮਨ ਕਹਿ ਦੇ ਕਿ ਇਹ ਗੱਲ ਠੀਕ ਆ, ਫਿਰ ਕੰਮ ਵੱਟ ਮੇ ਉਹਦੇ ਤੇ ਸੀਖ ਪਾਓ ਹੋ ਜਾਂਦੇ ਆ, ਫਿਰ ਨਹੀਂ ਪਿੱਛੇ ਹਟਦੇ। ਤੇ ਜਾਨੀ ਜਿਹਨੂੰ ਪੰਜਾਬੀ 'ਚ ਕਹਿੰਦੇ ਮਰਨਾ ਮਰ ਜਾਣਾ ਪਰ ਪਿੱਛੇ ਨਹੀਂ ਹਟਣਾ, ਉਸ ਕਿਸਮ ਦਾ ਉਹਨਾਂ ਦਾ ਸੁਭਾਅ ਦਾ ਹਿੱਸਾ। ਜਦ ਇਹ ਇੰਡੀਵਿਜੂਅਲ ਤੌਰ ਤੇ ਠੀਕ ਹੈ, ਤੁਸੀਂ ਮਾਂ-ਬਾਪ ਦੇ ਸਾਹਮਣੇ ਜਦੋਂ ਆਪਾਂ ਨਿਆਣੇ ਹੁੰਦੇ ਆ ਤੇ ਜਿੱਦ ਕਰ ਲੈਂਦੇ ਆ, ਮਾਂ ਕਹਿੰਦੇ ਆ ਚਲੋ ਛੱਡੋ ਪਰ ਪੁੱਤ ਤੇ ਆਪਣਾ ਹੀ ਆ, ਇਹਨੂੰ ਲੈ ਦਿਓ, ਜੇ ਲੋਲੀਪੌਪ ਕਹਿੰਦਾ ਤੇ ਲੈ ਦਿਓ, ਫਿਰ ਹੋਰ ਕੀ ਕਰਨਾ ਹੈ। ਭਾਵੇਂ ਪੈਸੇ ਹੋਣ, ਕਈ ਵਾਰੀ ਮਹਿੰਗੀਆਂ ਚੀਜ਼ਾਂ ਜਿਹੜੀਆਂ ਨਹੀਂ ਚੰਗੀਆਂ ਹੁੰਦੀਆਂ ਮਾਂ-ਬਾਪ ਦਬਾਅ ਥੱਲੇ ਜਿੱਦ ਦੇ ਲੈ ਦਿੰਦੇ। ਪਰ ਪਾਰਟੀਆਂ ਦੇ ਕੰਮ, ਸਰਕਾਰਾਂ ਦੇ ਕੰਮ, ਸੱਤਾ ਦੇ ਕੰਮ ਬੜੇ ਕਰੂਰਤ ਭਰੇ ਹੁੰਦੇ ਆ, ਬੜੇ ਖਤਰਨਾਕ ਹੁੰਦੇ ਆ। ਉਹ ਕੋਈ ਬਹੁਤੇ ਇੰਨੇ ਕਿਸੇ ਤੇ ਦਇਆ, ਕਿਸੇ ਤੇ ਭਾਵਨਾ, ਕਿਸੇ ਤੇ ਉਹਦਾ ਕੋਈ ਜਗ੍ਹਾ ਨਹੀਂ ਹੁੰਦੀ। ਇਸ ਲਈ ਇਹ ਲੜਾਈ ਤੇ ਤਲਵਾਰਾਂ ਖਿੱਚ ਕੇ, ਲੀਕ ਖਿੱਚ ਕੇ ਤੇ ਧੱਕੇਸ਼ਾਹੀ ਦੇ ਨਾਲ ਤੇ ਧੱਕੜ ਹੋ ਕੇ ਲੜੀ ਜਾਂਦੀ ਹੈ। ਉਹਦੇ 'ਚ ਇਹ ਹੈਗਾ, ਇਹਨਾਂ ਦੀ ਸ਼ਕਤੀ ਬੜੀ ਹੈਗੀ ਆ, ਪਰ ਪਤਾ ਨਹੀਂ ਚੁੱਪ ਜਿਹਾ ਕਰ ਜਾਂਦੇ ਆ ਵਿੱਚੋਂ ਹੀ। ਜਾਂ ਤੇ ਦੇਖੋ ਹੰਨੇ ਬੰਨੇ ਦੀ ਗੱਲ ਕਰਨ, ਮਾਰ ਇੱਕ ਕਾਲ ਦੇਣ ਨੌਜਵਾਨਾਂ ਨੂੰ ਤੇ 10,000 ਨੌਜਵਾਨ ਇਕੱਠੇ ਕਰਕੇ ਬਹਿ ਜਾਣੇ ਇਹਦੇ ਸਾਹਮਣੇ, ਜਿਵੇਂ ਕਿਸਾਨ ਜਾਂ ਹੋਰ ਸਾਰੇ ਮੋਰਚੇ ਲਾ ਕੇ ਬਹਿੰਦੇ ਆ ਵੀ ਤੁਸੀਂ ਸੂਤਰ ਆ ਜਾਓ
नहीं तो मैं तुहानूं सूत्र करूँगा। ये भी काम नहीं करना। तुसीं जाके जाना वध तो वध प्रियंका गांधी को जाना, सोनिया गांधी को जाना, राहुल गांधी को चले जाना। ਉੱਥੋਂ ਫਿਰ ਵਿੱਚੋਂ ਰਾਵਤ ਜੀ ਕੋਈ ਉਹਨਾਂ ਨੂੰ ਕੰਨ 'ਚ ਫੂਕ ਮਾਰ ਦਿੰਦੇ ਆ, ਉਹ ਉੱਥੋਂ ਮੰਤਰ ਲੈ ਕੇ ਥੱਲੇ ਆ ਜਾਂਦੇ ਆ। ਕਦੀ ਮਿਲ ਗਏ, ਕਦੀ ਹਟ ਗਏ, ਹੁਣ ਮਿਲ ਗਿਆ ਫਿਰ ਹਟ ਗਿਆ। ਇਹ ਕਿੰਨੀ ਵਾਰੀ ਪਿਛਲੇ ਸਾਲ 1.5 ਸਾਲ ਦਾ ਅਸੀਂ ਦੇਖਦੇ ਆ ਰਹੇ ਹਾਂ। ਚਾਹੀਦਾ ਇਹੀ ਹੈ ਕਿ ਜਿਹੜੀ ਵੀ ਜਾਂ ਤੇ ਤੁਸੀਂ ਦੇਖੋ ਲੜਾਈ ਨੂੰ ਅੱਗੇ ਤੋਰੋ ਜਾਂ ਫਿਰ ਚੁੱਪ ਕਰਕੇ ਛੱਡ ਦਿਓ, ਪਰਾਂ ਹੋ ਜਾਓ। ਇਹ ਕੋਈ ਸਾਡੇ ਲਈ ਸਾਨੂੰ ਰੱਬੋਂ ਥੋੜੀ ਲੈ ਕੇ, ਸਾਡੇ ਤੇ ਰੱਬ ਦਾ ਦਬਾਅ ਥੋੜੀ ਆ ਕਿ ਤੁਸੀਂ ਮਿਨਿਸਟਰ ਹੋਣਾ ਹੀ ਹੋਣਾ ਜਾਂ ਪੋਲਿਟਿਕਸ ਕਰਨੀ ਆ। ਹੋਰ 20 ਕਿਸਮ ਦੇ ਕੰਮ ਹੈ, ਜਿਹੜੇ ਮਰਜ਼ੀ ਕੰਮ ਕਰ ਲਓ। ਤੇ ਜਿਹੜੇ ਚੰਗੇ ਬੰਦੇ ਆ ਉਹਨਾਂ ਨੂੰ ਕੰਮਾਂ ਦੀ ਘਾਟ ਨਹੀਂ ਹੁੰਦੀ, ਖਾਸ ਕਰ ਇਮਾਨਦਾਰ ਬੰਦਿਆਂ ਨੂੰ, ਜਿਸ ਤਰ੍ਹਾਂ ਸਿੱਧੂ ਸਾਹਿਬ ਹੈਗੇ। ਪਰ ਸਿੱਧੂ ਸਾਹਿਬ ਨੂੰ ਹੁਣ ਇੱਕ ਵੇਲਾ ਆ ਗਿਆ ਫੈਸਲਾ ਕਰਨ ਦਾ ਕਿ ਜਾਂ ਤੇ ਜੋ ਮਿਲਦਾ ਲੈ ਕੇ ਬਹਿ ਜਾਣ ਤੇ ਜੋ ਕਰਦੇ ਆ ਜਿਸ ਤਰ੍ਹਾਂ ਬਾਕੀ ਕਰਦੇ। ਜੇ ਉਹਨਾਂ ਨੂੰ ਆਪਣੀ ਮਨਪਸੰਦੀ ਕਰਨੀ ਆ ਤਾਂ ਫਿਰ ਪਬਲਿਕ ਸ਼ਕਤੀ ਦਾ ਪ੍ਰਦਰਸ਼ਨ ਕਰਨਾ ਚਾਹੀਦਾ। ਉਹਨਾਂ ਵਰਗੇ ਹੋਰ ਵੀ ਅੰਦਰ ਡਿਸਗਰੰਟਲਡ ਬੰਦੇ ਜਿਹੜੇ ਅੰਦਰੋਂ ਗੁੱਸੇ 'ਚ ਰਹਿੰਦੇ ਆ ਉਹ ਬਥੇਰੇ ਮਿਲ ਜਾਣਗੇ। ਬਾਜਵਾ ਨਾਲ ਗੱਲ ਕਰ ਲੈਣ, ਹੋਰ ਕਈ ਬੰਦੇ ਖੰਨੇ ਵਾਲੇ ਸਾਡੇ ਜਿਹੜੇ ਪਹਿਲਾਂ ਪ੍ਰਧਾਨ ਹੁੰਦੇ ਸੀਗੇ ਉਹਨਾਂ ਨਾਲ ਗੱਲ ਕਰ ਲੈਣ। ਕਾਂਗਰਸ ਦੇ ਜਿਹੜੇ ਵੀ ਪ੍ਰਗਟ ਸਿੰਘ ਇਹਨਾਂ ਦੇ ਖਾਸ ਮਿੱਤਰ ਆ ਉਹਨਾਂ ਨਾਲ ਗੱਲ ਕਰ ਲੈਣ ਤਾਂ ਫਿਰ ਉਹਨਾਂ ਨੂੰ ਦੱਸਣ, ਸਵਾਰ ਕੇ ਦੱਸਣ ਵੀ ਇਸ ਤਰੀਕੇ ਨਾਲ ਆ ਤੁਸੀਂ ਆਹ ਗੱਲਾਂ ਮੇਰੇ ਨਾਲ ਧੱਕਾ ਕਰਦੇ ਆ, ਇਹਦਾ ਇਨਸਾਫ ਕਰੋ। ਦਿੱਲੀ 'ਚ ਵੀ ਖਬਰ ਚਲੇ ਜਾਊਗੀ, ਇੱਥੇ ਵੀ ਖਬਰ ਚਲੇ ਜਾਊਗੀ। ਹੁਣ ਬਾਕੀ ਇਹ ਗੱਲਾਂ ਰੋਜ਼ ਖਬਰਾਂ ਲੱਗੀ ਜਾਣੀਆਂ ਆ ਜਦ ਤੱਕ ਇਹ ਕੁਛ ਨਾ ਕੁਛ ਹੁੰਦਾ ਨਹੀਂ, ਕਿਉਂਕਿ ਕੁਛ ਹੋਣਾ ਨਹੀਂ, ਇਸ ਕਰਕੇ ਖਬਰਾਂ ਹੋਰ ਵੀ ਲੱਗੀ ਜਾਣੀਆਂ। ਅੱਗੇ ਤੋਰੀਏ ਤਾਂ ਕੱਲ ਸੁਖਪਾਲ ਖਹਿਰਾ ਨੇ ਪ੍ਰੈਸ ਕਾਨਫਰੰਸ ਕਰਕੇ ਕੇਂਦਰ ਸਰਕਾਰ ਤੇ ਝੂਠੇ ਕੇਸ 'ਚ ਫਸਾਉਣ ਦੇ ਦੋਸ਼ ਲਗਾਏ ਨੇ। ਉਹਨਾਂ ਕਿਹਾ ਕਿ ਈਡੀ ਦੇ ਜੋ ਛਾਪੇਮਾਰੀ ਸੀ ਉਹ ਉਹਨਾਂ ਵੱਲੋਂ ਕਿਸਾਨਾਂ ਦੀ ਹਮਾਇਤ ਦਾ ਉਹਨਾਂ ਨੂੰ ਨਤੀਜਾ ਭੁਗਤਣਾ ਪਿਆ। ਦੇਖੋ ਇਹ ਤੇ ਗੱਲ ਹਰ ਬੰਦਾ ਕਹਿੰਦਾ ਹੀ ਹੈ। ਮਤਲਬ ਸਵਾਲ ਇਹ ਹੈ ਕਿ ਅਸੀਂ ਆਪਣੀ ਪੋਲਿਟਿਕਸ ਕੀ ਕਰਦੇ ਹਾਂ, ਉਹਦੇ 'ਚ ਜਦੋਂ ਅਸੀਂ ਫਸ ਜਾਂਦੇ ਹਾਂ, ਆਪਣੀ ਖੇਲ 'ਚ ਫਸ ਜਾਂਦੇ ਹਾਂ, ਜਦੋਂ ਅਸੀਂ ਆਪ ਕਿਤੇ ਜ਼ਮੀਨ ਸਾਡੇ ਪੈਰਾਂ ਹੇਠੋਂ ਨਿਕਲ ਜਾਂਦੀ ਹੈ ਤਾਂ ਫਿਰ ਦੂਜੀਆਂ ਸ਼ਕਤੀਆਂ ਵੀ ਤੁਹਾਡੇ ਤੇ ਹਾਵੀ ਹੁੰਦੀਆਂ। ਹੁਣ ਕਿਤੇ ਨਾ ਕਿਤੇ ਤੇ ਕਾਰਡ ਜਿਹੜੇ ਆ ਪੁੱਠੇ ਸਿੱਧੇ ਖੇਡੇ ਗਏ ਆ, ਜਿਹਦੇ ਕਰਕੇ ਹੁਣ ਬਾਕੀ ਗੱਲਾਂ ਵੀ ਨਾਲ ਜੁੜ ਕੇ ਉਹਨਾਂ ਨੂੰ ਦਿੱਲੀ ਦੀ ਜਿਹੜੀ ਗੁੱਸਾ ਆ ਜਾਂ ਦਿੱਲੀ ਦੀ ਕਹਿ ਲਓ ਤੁਸੀਂ ਦਾਦਾਗਿਰੀ ਹੈ ਉਹਨੂੰ ਬਰਦਾਸ਼ਤ ਕਰਨਾ ਪੈ ਰਿਹਾ। ਜਿਹੜੀ ਕਿ ਈਡੀ ਭੇਜ ਦੇਣਾ, ਆਈਬੀ ਨੂੰ ਲਾ ਦੇਣਾ, ਫਲਾਨਾ ਕਰਨਾ, ਟਮਕਾਣਾ ਕਰਨਾ, ਇਹ ਦਿੱਲੀ ਦੀ ਦਾਦਾਗਿਰੀ ਹੈ। ਇਹ ਗੱਲ ਠੀਕ ਹੈ ਕਿ ਉਹ ਜਿਹੜੀ ਉਹਨਾਂ ਨੇ ਜੋ ਫਾਰਮਲੀ ਗੱਲਾਂ ਕਹੀਆਂ ਕਿ ਉਹ ਕਿਸਾਨਾਂ ਦੇ ਵੀ ਹੱਕ 'ਚ ਬੋਲਦੇ ਆ, ਜਾਂ ਉਹ ਖਾਸ ਕਰਕੇ ਉਹ ਡਿਬੜਵਾ ਸਾਹਿਬ ਦਾ ਜਿਹੜਾ ਪੋਤਰਾ ਆ ਨਵਰੀਤ, ਉਹ ਉੱਥੇ ਗਏ ਸੀ, ਅਸੀਂ ਵੀ ਗਏ ਸੀ। ਅਸੀਂ ਇਹਨਾਂ ਨੂੰ ਦੇਖਿਆ ਕਿ ਬੜੇ ਆਦਰ ਸਨਮਾਨ ਦੇ ਨਾਲ ਇੱਥੇ ਵੈਲਕਮ ਵੀ ਕੀਤਾ ਗਿਆ। ਸਟੇਜ ਬੇਸਿਕਲੀ ਇਹਨਾਂ ਦੇ ਬੰਦਿਆਂ ਵੱਲੋਂ ਹੀ ਉੱਥੇ ਸੀਗੀ। ਹੁਣ ਇਹਨਾਂ ਗੱਲਾਂ ਦਾ ਵੀ ਉਹਨਾਂ ਦੇ ਉੱਤੇ ਅਸਰ ਤੇ ਸੈਂਟਰ ਲੈ ਹੀ ਸਕਦਾ ਵੀ ਇਹ ਉਸ ਕਿਸਮ ਦੇ ਬੰਦੇ ਜਿਹੜੇ ਜਿਨ੍ਹਾਂ ਨੂੰ ਅਸੀਂ ਕਾਰਨਰ ਕਰਨਾ ਚਾਹੁੰਦੇ ਹਾਂ ਇਹ ਉਹਨਾਂ ਦੇ ਨਾਲ ਚੱਲ ਰਹੇ ਹੈਗੇ। ਪਰ ਨਾਲ ਹੀ ਇਹਨਾਂ ਨੂੰ ਖਹਿਰਾ ਸਾਹਿਬ ਦਾ ਵੀ ਕੰਮ ਜਾਣੀ ਥੋੜ੍ਹਾ ਬਹੁਤ ਉਸ ਤਰ੍ਹਾਂ ਜਿਵੇਂ ਆਪਾਂ ਨਵਜੋਤ ਸਿੱਧੂ ਦਾ ਗੱਲ ਕਰਕੇ ਹਟੇ ਹਾਂ, ਅਫਸੋਸ ਨਾਲ ਕਹਿਣਾ ਪੈਂਦਾ ਵੀ ਯੰਗ ਬੰਦੇ ਆ, ਬੋਲਾਰੇ ਤਗੜੇ ਆ, ਜਾਣੀ ਐਨ ਠੋਕ ਕੇ ਗੱਲ ਕਰਦੇ ਆ। ਕਾਂਗਰਸ ਛੱਡੀ, ਆਪ 'ਚ ਆ ਗਏ, ਆਪ 'ਚ ਨਹੀਂ ਟਿਕੇ, ਫਿਰ LOP ਬਣ ਗਏ। LOP ਵੀ ਆਪ ਹੀ ਆਪਣੇ ਪੈਰਾਂ ਤੇ ਕੁਹਾੜੀ ਮਾਰ ਲਈ, ਫਿਰ ਬਾਹਰ ਚਲੇ ਗਏ, ਫਿਰ ਪਾਰਟੀ ਬਣਾ ਲਈ, ਪਾਰਟੀ ਬਣਾ ਕੇ ਇੱਕ ਫਰੰਟ ਵੀ ਬਣਾ ਲਿਆ, ਚੋਣਾਂ ਵੀ ਲੜ ਲਈਆਂ। ਤੇ ਜਦੋਂ ਪਾਰਟੀ ਬਣਾ ਲਈ ਲੱਗ ਗਏ, ਚੋਣਾਂ ਲੜ ਲਈਆਂ, ਸਾਰਾ ਕੁਝ ਕਰ ਲਿਆ। ਬਲਦੇਵ ਸਿੰਘ ਇਹਨਾਂ ਦੇ ਨਾਲ ਸੀ, ਹੋਰ ਵੀ ਕੁਛ MLA ਨਾਲ ਇਹਨਾਂ ਦੇ ਹੈਗੇ ਆ। ਤਾਂ ਫਿਰ ਤੁਸੀਂ ਦੁਬਾਰਾ ਉੱਥੇ ਹੀ ਆ ਗਏ, ਉਸੇ ਪਾਰਟੀ ਦੇ ਨਾਲ ਹੀ। ਹੁਣ MLA ਇਹ ਆਮ ਆਦਮੀ ਪਾਰਟੀ ਦੇ ਆ, ਚੋਣਾਂ ਕਿਸੇ ਹੋਰ ਪਾਰਟੀ ਨਾਲ ਲੜ ਕੇ ਫਿਰ ਵਾਪਸ ਆ ਗਏ। ਇਸ ਲਈ ਇਹ ਜਿਹੜੇ ਲੋਕ ਹੈ ਸਾਡੇ ਜਿਹੜੇ ਪੰਜਾਬ ਦੇ, ਉਹ ਉਹਨਾਂ ਲੋਕਾਂ ਦੇ ਭਰੋਸਾ ਕਰਦੇ ਆ ਜਿਹੜੇ ਟਿਕਦੇ ਆ, ਟਿਕਾਊ ਆ, ਆਪਣੀ ਗੱਲ ਤੇ ਪੱਕੇ ਰਹਿੰਦੇ ਆ। ਕੁਛ ਵੀ ਹੋਵੇ ਤੇ ਉਹ ਹਿਲਦੇ ਨਹੀਂ। ਉਹ ਆਪਣੇ ਨਿੱਜੀ ਮਫਾਦਾਂ ਲਈ ਕਦੀ ਇਹਦੇ ਖੁਰਲੀ ਤੇ ਚਲੇ ਗਏ, ਕਦੀ ਉਹਦੀ ਖੁਰਲੀ ਤੇ ਚਲੇ ਗਏ। ਉਹ ਇਸ ਕਿਸਮ ਦਾ ਰੋਮਨ ਬਹੁਤਾ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ, ਕਿਉਂਕਿ ਲੋਕਾਂ ਨੂੰ ਤੇ ਹੁੰਦਾ ਕਿ ਇੱਕ ਸੋਲਿਡ ਬੰਦਾ ਇੱਕ ਜਗ੍ਹਾ ਤੇ ਟਿਕਣ ਵਾਲਾ, ਉਹਨਾਂ ਦੀ ਗੱਲ ਮੰਨ ਕੇ ਉਹਨਾਂ ਦੇ ਹਿੱਤਾਂ ਨੂੰ ਅੱਗੇ ਕਿਵੇਂ ਤੋਰੇ, ਉਹਨਾਂ ਨੂੰ ਉਹ ਬੰਦੇ ਦੀ ਹਮੇਸ਼ਾ ਖੋਜ ਰਹਿੰਦੀ ਹੈ। ਕਿਸੇ ਵੇਲੇ ਇਹਨਾਂ ਦੀ ਕਾਫੀ ਉਮੀਦ ਸੀ ਜਦੋਂ LOP ਬਣੇ, ਲੀਡਰ ਆਫ ਆਪੋਜੀਸ਼ਨ ਆਮ ਆਦਮੀ ਪਾਰਟੀ ਦੇ, ਬੜੇ ਬੁਲਾਰੇ ਤੇ ਹੈ ਹੀ ਆ, ਔਰ ਫਿਰ ਮੀਡੀਆ ਸਵੀ ਵੀ ਹੈ, ਫਟ ਦੇਣੀ, ਮਤਲਬ ਮੀਡੀਆ ਘਰੇ ਬੁਲਾ ਲੈਣਾ, ਜਾਂ ਮੀਡੀਆ ਨੂੰ ਵੀ ਲੋੜ ਹੁੰਦੀ ਹੈ ਕਿ ਚਲੋ ਕੋਈ ਖਬਰ ਮਿਲ ਜੇ, ਅੱਜ ਦੀ ਦਿਹਾੜੀ ਪੈ ਜੇ। ਉਹ ਜਿਹੜਾ ਮਿਊਚੁਅਲ ਇੰਟਰਸਟ ਨਾਲ ਕਾਫੀ ਚੰਗਾ ਕੰਮ ਇਹਨਾਂ ਦਾ ਰਿੜ ਪਿਆ ਸੀਗਾ। ਪਰ ਹੁਣ ਜਦੋਂ ਤੁਸੀਂ ਕਈ ਵਾਰੀ ਜ਼ਿਆਦਾ ਐਂਬੀਸ਼ੀਅਸ ਹੋ ਜਾਓ ਕਿ ਚਲੋ ਹੁਣ ਮੈਂ
ਕੇਜਰੀਵਾਲ ਦੀ ਮੰਜੀ ਠੋਕ ਦੇਣੀ ਆ, ਉਹ ਪਹਿਲਾਂ ਪ੍ਰਸ਼ਾਂਤ ਹੋਣੀ ਤੇ ਜੋਗਿੰਦਰ ਯਾਦਵ ਹੋਣੀ ਨਹੀਂ ਠੋਕ ਸਕੇ, ਤੁਸੀਂ ਕਿੱਥੋਂ ਠੋਕਣੀ ਸੀ? ਉਹ ਮੰਜੀ ਬੜੀ, ਕਿਉਂਕਿ ਉਹਨਾਂ ਦੀ ਬੈਖਾ ਬੜੀ ਤਗੜੀ ਆ ਕੇਜਰੀਵਾਲ ਦੀ, ਉਹ ਤੇ ਲੋੜ ਪਵੇ ਤੇ ਫਿਰ ਅਮਿਤ ਸ਼ਾਹ ਕੋ ਵੀ ਚਲੇ ਜਾਂਦੇ ਆ, ਮੋਦੀ ਜੀ ਕੋ ਵੀ ਜਾ ਸਕਦੇ ਆ। ਤੇ ਇਸ ਕਰਕੇ ਹੁਣ ਇਹ ਵੀ ਕੋਈ ਵੱਡੀ ਗੱਲ ਨਹੀਂ ਹੋਊਗੀ ਕਿ ਉੱਥੋਂ ਕੋਈ ਫੂਕ ਮਾਰਤੀ ਹੋਵੇ। ਇਹਨਾਂ ਦੇ ਆਪਣੇ ਹੀ ਬੰਦੇ ਇਹਨਾਂ ਵਿਰੁੱਧ ਐਕਸ਼ਨ ਲੈਣ ਲਈ ਕਹਿ ਰਹੇ ਸੀਗੇ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਭਾਵੇਂ MLA ਹੈਗੇ ਤੇ ਆਮ ਆਦਮੀ ਪਾਰਟੀ ਦੇ ਇਸ ਵੇਲੇ ਫਾਰਮਲੀ ਉਸੇ ਕਰਕੇ ਹੀ ਅੰਦਰ ਬੈਠੇ, ਨਹੀਂ ਤੇ ਦੁਬਾਰਾ ਇਲੈਕਸ਼ਨ ਹੋਣੀ ਸੀਗੀ, ਰੀ ਇਲੈਕਸ਼ਨ ਹੋਣੀ ਸੀ। ਟਾਈਮ ਸਾਰਾ ਕੱਢਤਾ, ਇਸੇ ਤਰ੍ਹਾਂ ਹੀ ਕਾਂਗਰਸ ਨੇ ਵੀ ਕੱਢਤਾ। ਉਹਨਾਂ ਨੂੰ ਬੰਦਿਆਂ ਦੀ ਹੋਰ ਲੋੜ ਨਹੀਂ ਸੀ, ਇਹਨਾਂ ਨੇ ਕਿਹਾ ਤੁਸੀਂ ਟਿਕੇ ਰਹੋ, ਪਰ ਇਹਨਾਂ ਨੂੰ ਫਾਇਦਾ ਕੋਈ ਨਹੀਂ ਹੋ ਰਿਹਾ। ਹੁਣ ਇਸ ਵੀਕ ਪੋਜੀਸ਼ਨ ਕਰਕੇ ਨਾ ਪਾਰਟੀ ਦੇ ਅੰਦਰ ਤੇ ਨਾ ਪਾਰਟੀ ਦੇ ਬਾਹਰ, ਪਾਰਟੀ ਮੰਨਦੀ ਨਹੀਂ, ਪਾਰਟੀ ਕਹਿੰਦੀ ਇਹਨਾਂ ਨੂੰ ਬਾਹਰ ਕਰੋ, ਇਹ ਕਹਿੰਦੇ ਅਸੀਂ ਹੁਣ ਜਾਏ ਤੋਂ ਜਾਏ ਕਹਾਂ, ਇਹ ਅੱਗੇ ਗਾਣਾ ਗਾ ਦਿੰਦੇ ਆ। ਤੇ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਵੀਕ ਹੋ ਜਾਂਦਾ ਤੇ ਸੈਂਟਰ ਫਿਰ ਹਾਵੀ ਹੁੰਦਾ। ਉਹਨਾਂ ਨੇ ਕੀਤਾ ਤੇ ਇਸੇ ਕਰਕੇ ਆ, ਇਹ ਨਹੀਂ ਕਿ ਇਹਨਾਂ ਕੋਲ ਕੋਈ ਇਹ ਬਹੁਤ ਵੱਡੇ ਸਮਗਲਿੰਗ ਦਾ ਪੈਸਾ ਜਾਂ ਹੋਲਡਿੰਗ ਜਾਂ ਕਿੱਦਾਂ, ਉਹ ਤੇ ਚਲੋ ਰਿਪੋਰਟ ਜਿਹੜੀ ਆਜੂ ਪਤਾ ਲੱਗ ਜੂਗਾ। ਉਹਨਾਂ ਨੇ ਦੱਸ ਵੀ ਦਿੱਤਾ ਕਿ ਪੌਣੇ ਕਿ 4 ਕਰੋੜ ਦਾ ਕੋਈ ਵੇਰਵੇ ਮੰਗ ਰਿਹਾ, ਜਿਹਦੇ ਚੋਂ 3 ਕਰੋੜ ਤੇ ਮੇਰੇ ਲੋਨ ਹੀ ਆ, ਤੇ 1 ਕਰੋੜ ਤੋਂ ਥੱਲੇ ਥੱਲੇ ਏਡੇ ਵੱਡੇ ਪੋਲੀਟੀਸ਼ੀਅਨ ਲਈ ਕੋਈ ਇੱਧਰ ਪੈਸੇ ਜੇ ਨਾ ਵੀ ਹਿਸਾਬ ਹੋਵੇ, ਕੋਈ ਏਡਾ ਵੱਡਾ ਅਮਾਊਂਟ ਨਹੀਂ ਹੁੰਦਾ ਹੈ। ਮੇਰਾ ਮਤਲਬ ਕਹਿਣ ਦਾ ਬੇਸਿਕਲੀ ਪਰੇਸ਼ਾਨ ਕਰਨ ਦੀ ਤੇ ਤੰਗ ਕਰਨ ਦੀ ਗੱਲ ਆ। ਹੁਣ ਲੋਕ ਕਿਆਸ ਰਾਈਆਂ ਲਾ ਰਹੇ ਆ ਕਿ ਅਗਲਾ ਵੇਟ ਕਰ ਰਿਹਾ, ਇਹਨਾਂ ਦੀ ਵੀ ਵੇਟ ਕਰ ਰਿਹਾ ਵੀ ਹੁਣ ਅਗਲਾ ਹੀ ਪਿਉਂਤੜਾ ਇਹਨਾਂ ਦਾ ਕੀ ਹੋ, ਕਿੱਧਰ ਨੂੰ ਛਾਲ ਮਾਰਨਗੇ, ਕੋਈ ਨਵਾਂ ਮਹਾਜ ਬਣਾਉਣਗੇ, ਨਵੀਂ ਪਾਰਟੀ ਬਣਾਉਣਗੇ ਜਾਂ ਮੁੜ ਕੇ ਕਾਂਗਰਸ ਚਲੇ ਜਾਣਗੇ। ਇਹੋ ਜਿਹੀ ਕਿਆਸ ਰਾਈਆਂ ਕਾਫੀ ਗਰਮ ਰਹਿੰਦੀਆਂ। ਹਾਂਜੀ ਰੋਮਨ ਜੀ, ਪ੍ਰੋਫੈਸਰ ਸਾਹਿਬ, ਦਿੱਲੀ ਕਟਰਾ ਐਕਸਪ੍ਰੈਸ ਨੂੰ ਲੈ ਕੇ ਕਿਸਾਨਾਂ ਦਾ ਜਿਹੜਾ ਵਿਰੋਧ ਹੈ ਉਹ ਤਿੱਖਾ ਹੁੰਦਾ ਨਜ਼ਰ ਆ ਰਿਹਾ ਤੇ ਕੱਲ ਪਟਿਆਲਾ ਵਿੱਚ ਕਿਸਾਨ ਜੋ ਸਨ ਉਹ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਪਹੁੰਚ ਗਏ ਤੇ ਵੇਖਦੇ ਸਾਰਾ ਮੋਤੀ ਮਹਿਲ ਜੋ ਸੀ ਉਹ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਿਆ। ਹਾਂ, ਉਹ ਕਈ ਦਿਨਾਂ ਦੇ ਲੱਗੇ ਹੋਏ ਆ, ਫਿਰ ਇਹ ਪੁਲਿਸ ਦਾ ਤੇ ਕੰਮ ਹੀ ਉਹਨਾਂ ਨੂੰ ਰੋਕਣਾ, ਪਰ ਉਹਨਾਂ ਨੇ ਵੀ ਦੇਖਿਆ ਕਿ ਅਸੀਂ ਰੋਕੇਂਗੇ ਨਹੀਂ ਹਮ, ਹੈ ਉਸ ਕਿਸਮ ਦੀ ਜਿਹੜੇ ਡਿਟਰਮੀਨੇਸ਼ਨ 'ਚ ਉਹ ਜਿੱਥੇ ਉਹਨਾਂ ਨੇ ਪਹੁੰਚਣਾ ਸੀ ਉੱਥੇ ਤੱਕ ਘੇਰਾਬੰਦੀ ਤੱਕ ਪਹੁੰਚ ਗਏ। ਚੰਗੀ ਗੱਲ ਇਹੀ ਹੈ ਕਿ ਕੋਈ ਜ਼ਿਆਦਾ ਵੱਡਾ ਸੀਰੀਅਸ ਉਸ ਕਿਸਮ ਦਾ ਐਕਸ਼ਨ ਨਹੀਂ ਹੋਇਆ, ਪਰ ਲੀਡਰ ਵੱਡੀ ਗਿਣਤੀ ਦੇ ਵਿੱਚ ਬਹੁਤ ਕਈ ਦਿਨਾਂ ਦੇ ਲੱਗੇ ਆ। ਉਹਨਾਂ ਦੇ ਰੋਸ਼ ਉਹਨਾਂ ਦਾ ਸੁਣਨਾ ਚਾਹੀਦਾ। ਉਹ ਬਹੁਤ ਵੱਡੀਆਂ ਮੰਗਾਂ ਤੇ ਕਰੇ ਨਹੀਂ ਰਹੇ, ਉਹ ਤੇ ਉਹੀ ਗੱਲ ਕਰ ਰਿਹਾ ਜੋ ਉਹਨਾਂ ਦੇ ਕਾਨੂੰਨਨ ਹੱਕ ਹੈਗੇ ਆ। ਪਰ ਜੇ ਹੁਣ ਸਰਕਾਰ ਸੋਚੇ ਹੀ ਨਾ ਕਿ ਇਹਨਾਂ ਦੇ ਕਾਨੂੰਨਨ ਹੱਕ ਬਾਰੇ, ਇੱਕ ਪਾਸੇ ਦਿੱਲੀ ਵਿਰੁੱਧ ਮੋਰਚਾ ਹੈ, ਇੱਕ ਪਾਸੇ ਸਾਡੀ ਆਪਣੀ ਸਰਕਾਰ ਵਿਰੁੱਧ ਮੋਰਚਾ, ਇਹ ਸਟੈਂਡ ਲੈਣਾ ਚਾਹੀਦਾ। ਸਰਕਾਰ ਨੂੰ ਕੀ ਹੈ, ਨੈਸ਼ਨਲ ਹਾਈਵੇ ਆ, ਗਟਕੜੀ ਦੇ ਨਾਲ ਕੋਈ ਸਾਡਾ ਵਿਆਹ ਹੋਇਆ ਹੈ, ਵੀ ਜੇ ਨਹੀਂ ਹੈ ਤੇ ਚੱਕ ਕੇ ਪਰਾਂ ਮਾਰੋ, ਉਹਨਾਂ ਨੂੰ ਕਹੋ। ਹੁਣ ਅਸਲੀ ਸਵਾਲ ਇਹ ਹੈ ਕਿ ਜਿਹੜੀਆਂ ਇੱਥੇ ਦੀਆਂ ਇਹੋ ਜਿਹੀਆਂ ਹਾਈਵੇਜ਼ ਬਣਦੀਆਂ ਉਹਦੀ ਪਲੈਨਿੰਗ ਇੱਕ ਬੜੀ ਸਟ੍ਰੈਟਜਿਕ ਪਲੈਨਿੰਗ ਹੁੰਦੀ ਹੈ। ਕਹਿਣ ਨੂੰ ਤੇ ਇਹ ਹੁੰਦਾ ਕਿ ਦੇਖੋ ਜੀ ਅਸੀਂ ਜਿਹੜਾ ਲੋਕਾਂ ਦੀ ਸੇਵਾ ਲਈ ਉਹ ਗੱਡੀ ਜਾਂਦੀ ਹੈ ਜਿਹੜੀ 5 ਘੰਟੇ ਲਾਉਂਦੇ ਸੀ 2 ਘੰਟੇ 'ਚ ਪਹੁੰਚ ਜਾਂਦੀ ਆ, ਗੱਡੀ ਜਹਾਜ਼ ਵਾਂਗੂ ਚੱਲਣ ਲੱਗ ਗਈ ਜੀ ਉੱਪਰੋਂ ਉੱਪਰ ਹੀ। ਉਹਦੀ ਕੋਈ ਨਹੀਂ ਗੱਲ ਕਰਦਾ ਕਿ ਲੋਕਾਂ ਦੀ ਜੇਬ ਖਾਲੀ ਹੋ ਜਾਂਦੀ ਆ ਉੱਥੇ ਤੱਕ, ਜਦੋਂ ਇੱਕ ਘਰੋਂ ਚੱਲ ਕੇ ਜਿੱਥੇ ਤੱਕ ਪਹੁੰਚਣਾ ਇਹੋ ਜਿਹੀਆਂ ਤੇਜ਼ ਸੜਕਾਂ ਦੇ ਉੱਤੇ ਤੇ 4-5 ਵਾਰੀ ਜਦੋਂ ਜੇਬ ਢਿੱਲੀ ਕਰਨੀ ਪੈਂਦੀ, ਉਹ ਤੇ ਜੇਬ ਨੂੰ ਵੀ ਨਹੀਂ ਹੁਣ ਕਹਿੰਦੇ ਪਹਿਲਾਂ ਹੀ ਪੈਸੇ ਪਾ ਕੇ ਰੱਖੋ ਗੱਡੀ 'ਚ, ਉੱਪਰੋਂ ਆਪ ਹੀ ਚੁੱਕ ਲੈਂਦਾ ਉਹ ਜਿਹੜਾ ਟੈਗ ਜਿਹਾ ਲਾਇਆ ਹੁੰਦਾ, ਪੈਸੇ ਚੁੱਕ ਲੈਂਦਾ, ਗਾਂਹ ਚੱਲੋ। ਇਹ ਕੰਮ ਸਾਰੇ ਚੱਲ ਗਏ, ਜਾਣੀ ਜੇਬ ਵੀ ਕੱਟਣੀ ਮੌਕੇ ਤੇ ਨਹੀਂ, ਐਡਵਾਂਸ ਹੀ ਕਟਵਾ ਕੇ ਜਾਓ ਆਪਣੇ ਹੱਥਾਂ ਨਾਲ। ਇਸ ਕਿਸਮ ਦੇ ਕੰਮ ਹੈਗੇ। ਹੁਣ ਇਹ ਬੰਦਿਆਂ ਦੀ ਤੇ ਰੋਮਨ ਏਸੀ ਗੁਜ਼ਾਰਿਸ਼ ਹੈਗੀ ਆ ਕਿ ਤੁਸੀਂ ਸਾਡੇ ਨਾਲ ਧੱਕਾ ਨਾ ਕਰੋ। ਜ਼ਮੀਨਾਂ ਦੀਆਂ ਕੀਮਤਾਂ ਕਦੀ ਕੁਛ ਤੁਸੀਂ ਧੱਕੇ ਨਾਲ ਜ਼ਮੀਨਾਂ ਲੈ ਰਹੇ ਆ। ਜੇ ਜ਼ਮੀਨਾਂ ਸਾਡੇ ਤੋਂ ਲੈਣੀਆਂ ਸਾਡੀ ਸਹਿਮਤੀ ਨਾਲ ਲਓ, ਜਿਵੇਂ ਬਾਕੀ ਦੀਆਂ ਸਾਰੇ ਕਾਰੋਬਾਰ ਆ ਉਹਨਾਂ ਦੀ ਸਹਿਮਤੀ ਨਾਲ ਹੀ ਲਏ ਜਾ ਸਕਦੇ, ਉਹਨਾਂ ਨੂੰ ਲੀਗਲ ਪ੍ਰੋਟੈਕਸ਼ਨ ਹੈ। ਸਾਡੀਆਂ ਜ਼ਮੀਨਾਂ ਨੂੰ ਜਿਹੜਾ ਉੱਠਦਾ ਉਹੀ ਜ਼ਮੀਨਾਂ ਸਾਡੀਆਂ ਹੱਥੀਂ ਆਉਣ ਲਈ ਚੱਲ ਪੈਂਦਾ, ਇਹ ਸਾਡਾ ਬੰਦ ਕਰੋ। 27 ਤਰੀਕ ਨੂੰ ਉਹਨਾਂ ਨੇ ਵੱਡਾ ਬੰਦ ਦਾ ਉਹਨਾਂ ਨੇ ਵੀ ਸੱਦਾ ਦਿੱਤਾ ਆ ਕੱਲ੍ਹ ਨੂੰ, ਤੇ ਹੋਰ ਯੂਨੀਅਨਾਂ ਵੀ ਵਿੱਚ ਸ਼ਾਮਲ ਕਰਨਗੇ। ਬਾਕੀ ਸੂਬਿਆਂ ਤੋਂ ਵੀ ਜਿਹੜੇ ਪੀੜਤ ਆ ਇਹੋ ਜਿਹੀਆਂ ਸੋ ਕਾਲਡ ਹਾਈਵੇਜ਼ ਬਣਾਉਣ ਦੇ ਕਾਰਗੁਜ਼ਾਰੀਆਂ ਤੋਂ, ਉਹ ਵੀ ਉੱਥੇ ਸ਼ਾਮਲ ਹੋਣਗੇ। ਇਹਦਾ ਮਤਲਬ ਇਹ ਹੈ ਕਿ ਇੱਕ ਦੂਜਾ ਫਰੰਟ ਪੰਜਾਬ ਪੱਧਰ ਦੇ ਉੱਤੇ ਵੀ ਵਿਸ਼ਾਲ ਰੂਪ ਲਈ ਜਾਂਦਾ ਕਿਸਾਨਾਂ ਵੱਲੋਂ, ਕਿਉਂਕਿ ਕਿਸਾਨ ਇੱਕ ਇਹੋ ਜਿਹੀ ਸ਼ਕਤੀ ਹੈ ਜਿਹਨੂੰ ਹਰ ਕੋਈ ਹੱਥ ਪਾਉਣ ਦੀ ਕੋਸ਼ਿਸ਼ ਕਰਦਾ, ਪਰ ਜਦੋਂ ਉੱਠ ਪੈਂਦੇ ਆ ਤਾਂ ਫਿਰ ਉਹਦਾ ਜਿਹੜਾ ਅੱਗਿਓਂ ਵਿਰੋਧਤਾ ਵੀ ਆ ਉਨੀ ਜ਼ਬਰਦਸਤ ਹੁੰਦੀ ਹੈ। ਹਾਂਜੀ ਰੋਮਨ ਜੀ, ਪ੍ਰੋਫੈਸਰ ਸਾਹਿਬ, ਉਧਰ ਕਿਸਾਨ ਨੇਤਾ ਰੂਲਦੂ ਸਿੰਘ ਨੇ ਅਹਿਮ ਬਿਆਨ ਦਿੱਤਾ। ਉਹਨਾਂ ਕਿਹਾ ਕਿ ਕਰੋਨਾ ਦੇ ਨਾਮ ਤੇ ਜੋ ਕੇਂਦਰ ਸਰਕਾਰ ਹੈ ਉਹ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੱਲਾ ਕਿਸਾਨੀ ਸੰਘਰਸ਼ ਨੂੰ ਹੀ ਕਿਉਂ ਰੋਮਨ, ਨੇ ਤੇ ਸਾਰਾ ਦੇਸ਼ ਹੀ ਕਮਜ਼ੋਰ ਕਰਤਾ, ਦੇਸ਼ ਦੀ ਅਰਥ ਵਿਵਸਥਾ ਤਬਾਹ ਕਰਤੀ ਆ। ਆ ਜਿੰਨੇ ਕਾਲੇ ਕਾਨੂੰਨ ਆ, ਭਾਵੇਂ ਮਜ਼ਦੂਰਾਂ ਵਿਰੁੱਧ ਆ ਭਾਵੇਂ ਕਿਸਾਨਾਂ ਵਿਰੁੱਧ ਆ,
ਇਹ ਕਰੋਨਾ ਦੀ ਆੜ 'ਚ ਹੀ ਆਇਆ, ਨਹੀਂ ਤੇ ਇੰਨੀ ਜ਼ਰੂਰਤ ਪੈਣੀ ਸੀ ਸਰਕਾਰ ਦੀ। ਔਰ ਮੈਨੂੰ ਤਾਂ ਲੱਗਦਾ ਜਿਹੜੇ ਬੰਦੇ ਵੀ ਪਾਰਲੀਮੈਂਟ 'ਚ ਪੂਰੇ ਨਹੀਂ ਭੇਜਦੇ, ਕਿਸੇ ਨੂੰ ਕਿਸੇ ਕੋਨੇ 'ਚ ਵਾੜ ਕੇ ਖੜਾ ਕਰ ਦਿੰਦੇ। ਕਰੋਨਾ ਜੀ ਅੰਦਰ ਕਰੋਨਾ ਨਾ ਹੋ ਗਿਆ, ਭੂਤ ਹੋ ਗਿਆ। ਜੇ ਕਰੋਨਾ ਹੀ ਆ ਤਾਂ ਬੰਦ ਕਰ ਦਿਓ ਦੇਸ਼ ਨੂੰ, ਤੁਸੀਂ ਪਾਰਲੀਮੈਂਟ ਵੀ ਬੰਦ ਕਰ ਦਿਓ 2 ਸਾਲ ਹੀ, ਜਦ ਤੱਕ ਕਰੋਨਾ ਨਹੀਂ ਜਾਂਦਾ। ਨਾ ਕਰੋਨਾ ਜਾਵੇ, ਨਾ ਕੋਈ ਕੰਮ ਹੋਵੇ। ਇਹ ਕਰੋਨੇ ਦੀ ਬੜੀ ਗਲਤ ਅਪਰੋਚ ਦੇ ਨਾਲ ਇਹ ਚੱਲ ਰਿਹਾ। ਕਰੋਨੇ ਨੂੰ ਲੋਕਾਂ ਨੂੰ ਭੈਭੀਤ ਕਰਕੇ ਉਹਨਾਂ ਦੇ ਸਿਰ 'ਚ ਡੰਡੇ ਮਾਰਨੇ ਸ਼ੁਰੂ ਕਰ ਦਿੰਦੇ। ਇਹ ਕੰਮ ਇਸ ਤਰ੍ਹਾਂ ਨਾ ਕਰੋ। ਲੋਕਾਂ ਨੂੰ ਸਮਝਾ ਦਿਓ ਕਿ ਕਰੋਨਾ ਕੀ ਹੁੰਦਾ। ਸਾਰੇ ਸਕੂਲਾਂ, ਕਾਲਜਾਂ, ਬੱਚਿਆਂ, ਹਰ ਇੱਕ ਨੂੰ ਸਮਝਾਓ, ਅਨਪੜ੍ਹਾਂ ਨੂੰ ਸਮਝਾਓ, ਮੀਡੀਆ ਰਾਹੀਂ ਸਮਝਾਓ, ਇਸ਼ਤਿਹਾਰ ਦੇ ਕੇ ਸਮਝਾਓ ਕਿ ਇਹਦੇ ਤੋਂ ਬਚਣਾ ਕਿਵੇਂ ਆ। ਇਹ ਹਟਦੇ ਨਹੀਂ ਇਸ ਗੱਲ ਲਈ। ਉਸ ਨੂੰ ਸਮਝਾਉਣ ਦੀ ਜਗ੍ਹਾ ਡਰਾਈ ਜਾਂਦੇ ਆ ਕਿ ਇੱਥੇ ਆ ਗਿਆ, ਉੱਥੇ ਚਲਾ ਗਿਆ। ਉਹਦੇ ਨਾਲ ਹੁੰਦਾ ਕੀ ਹੈ, ਕਿਉਂਕਿ ਸਮਝ ਨਹੀਂ ਹੁੰਦੀ, ਡਰ ਦੇ ਵਿੱਚੋਂ ਤੇ ਡਰ ਹੀ ਹੁੰਦਾ ਆ, ਉਹ ਸਗੋਂ ਹੋਰ ਤੇਜ਼ੀ ਨਾਲ ਫੈਲਦਾ। ਹੁਣ ਕਹਿੰਦੇ ਜੇ ਦੂਜਾ ਦੌਰ ਆ ਗਿਆ, ਉਹ ਪਹਿਲੇ ਦੌਰ ਦੇ ਤੇ ਅਸੀਂ ਅਜੇ ਲੋਟ ਨਹੀਂ ਆਏ, ਆਪਣੇ ਹੈ ਨਾ ਪੈਰਾਂ ਤੇ ਨਹੀਂ ਖੜੇ ਹੋਏ। ਇਹ ਦੂਜੇ ਦੌਰ ਦੇ ਵਿੱਚ ਹੋਰ ਹਮਲੇ ਜਿਹੜੇ ਵੱਧ ਗਏ ਆ, ਸਾਰੇ ਪਾਸੇ ਹਮਲੇ ਵੱਧ ਰਹੇ ਆ। ਤੁਹਾਨੂੰ ਦੇਖਣ ਨੂੰ ਹੁਣੇ ਮਿਲ ਜੂ, ਬੈਂਕਾਂ ਦੇ ਉੱਤੇ, ਹੋਰਨਾਂ ਤੇ, ਪਬਲਿਕ ਸੈਕਟਰ ਤੇ ਧੜਾ ਧੜ ਕਾਨੂੰਨ ਚਾਰੇ ਪਾਸੇ, ਲੋਕ ਵਿਰੋਧੀ ਕਾਨੂੰਨ ਜਿਹੜੇ ਆ ਉਹ ਪਾਰਲੀਮੈਂਟ 'ਚ ਸ਼ਾਮਿਲ ਕੀਤੇ ਜਾ ਰਹੇ ਆ। ਸ਼ੁਕਰ ਕਰੋ ਕਿ ਪਾਰਲੀਮੈਂਟ ਬੰਦ ਕਰ ਦਿੱਤੀ ਆ, 2 ਹਫ਼ਤੇ ਪਹਿਲਾਂ ਹੀ ਹੋ ਗਈ ਆ, ਅਜੇ ਜਾਣੀ ਸੀ ਅਪ੍ਰੈਲ ਤੱਕ। ਤਾਂ ਇਹਦੇ ਕਰਕੇ ਕੁਛ ਬਚਾਅ ਹੋ ਗਿਆ। ਪਰ ਉਹਨਾਂ ਨੇ ਜਿਹੜੇ ਬਿੱਲ ਪਾਸ-ਪੂਸ, ਜਿਹੜੇ ਉਹਨਾਂ ਦੇ ਇੰਪੋਰਟੈਂਟ ਬਿੱਲ ਸੀ, ਉਹ ਸਾਰੇ ਉਹਨਾਂ ਨੇ ਕੱਢ ਲਿਆ। ਹੁਣ ਆਪਾਂ ਕਰੋ ਕਰੀ ਉਹ ਸਾਰੇ ਚਲੇ ਗਏ। ਇਹ ਜਿਹੜੀ ਰੁਲਦੂ ਸਿੰਘ ਦੀ ਗੱਲ ਕਹਿ ਰਹੇ, ਇਹਦੀ ਸਭ ਤੋਂ ਵੱਧ ਤਬਾਹੀ ਮੈਂ ਤੁਹਾਡੇ ਨੋਟਿਸ 'ਚ ਲਿਆਉਣਾ ਚਾਹੁੰਦਾ, ਉਹ ਹੋਈ ਹੈ ਸਾਡੀ ਵਿਦਿਅਕ ਸਿਸਟਮ ਦੀ, ਇਕੋਨਮੀ ਦੀ ਵੀ ਹੋਈ ਹੈ, ਹਰ ਇੱਕ ਚੀਜ਼ ਦੀ ਹੋਈ ਹੈ। ਖੇਤੀ ਬਚ ਗਈ ਹੈ, ਪਰ ਜਿਹੜਾ ਵਿਦਿਅਕ ਸਿਸਟਮ ਆ ਉਸ ਦਾ ਹੁਣ ਦੁਬਾਰਾ ਪੈਰਾਂ ਸਿਰ ਖੜਾ ਹੋਣਾ ਉਹ ਬਹੁਤ ਹੀ ਮੁਸ਼ਕਿਲ ਹੋ ਗਿਆ। ਮੇਰੇ ਸਾਹਮਣੇ ਨਾਲ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈਗੀ ਹੈ, ਦੇਸ਼ ਦੀ ਚੌਥੀ ਸਭ ਤੋਂ ਵੱਡੀ ਪੁਰਾਣੀ ਯੂਨੀਵਰਸਿਟੀ ਹੈਗੀ ਹੈ, ਬਹੁਤ ਪੁਰਾਣੀ ਯੂਨੀਵਰਸਿਟੀ। ਲਾਹੌਰ 'ਚ ਵੀ ਹੈਗੀ, ਇੱਥੇ ਵੀ ਹੈਗੀ। ਉਹਦਾ ਜਿਹੜਾ ਵਾਈਸ ਚਾਂਸਲਰ ਆ, ਉਹਨੇ ਹੋਸਟਲਾਂ 'ਚੋਂ 17-18 ਕਿ ਕਿੰਨੇ ਹੋਸਟਲ, 17,000 ਬੱਚਾ ਇੱਥੇ ਪੜ੍ਹਦਾ। ਉਹਦੇ ਇਹ ਤਬਾਹੀ ਕੀਤੀ ਆ, ਮਿਹਨਤ ਕਰਕੇ ਤਬਾਹੀ। ਪਤਾ ਨਹੀਂ ਕਿੱਥੋਂ ਫੜ ਕੇ ਇਹੋ ਜਿਹਾ ਵੀਸੀ ਲੈ ਆਇਆ। ਜੇ ਤੁਹਾਡੇ ਸਾਹਮਣੇ ਵੀਸੀ ਖੜਾ ਹੋਏ, ਤੁਹਾਨੂੰ ਪਤਾ ਨਹੀਂ ਲੱਗੂਗਾ ਕਿ ਵੀਸੀ ਆ ਕਿ ਕਿਤੇ ਉਹ ਕਰਿਆਨੇ ਦੀ ਦੁਕਾਨ ਤੋਂ ਬੰਦਾ ਬਿਠਾ ਕੇ ਲੈ ਆਏ। ਮਤਲਬ ਮੈਨੂੰ ਦੁੱਖ ਨਾ ਕਹਿਣਾ ਪੈਂਦਾ ਆ, ਕੋਈ ਅਕੈਡਮਿਕ ਗੱਲ ਨਹੀਂ, ਕਿਸੇ ਨੂੰ ਮਿਲਣਾ ਨਹੀਂ ਚਾਹੁੰਦਾ। ਤੁਸੀਂ ਜਾਓ ਤੇ ਤੁਹਾਡੇ ਨਾਲ ਗੱਲ ਨਹੀਂ ਕਰਦਾ। ਤੇ ਏਡੀ ਪ੍ਰੀਮੀਅਰ ਯੂਨੀਵਰਸਿਟੀ ਐਨ ਜਾਣੀ ਮਿੱਟੀ 'ਚ ਮਿਲਾ ਕੇ ਰੱਖਤੀ ਆ। ਸਾਰੇ ਹੋਸਟਲ, ਸਾਰੇ ਡਿਪਾਰਟਮੈਂਟ ਆਲਮੋਸਟ ਬੰਦ ਪਏ ਆ। ਕੁਛ ਕੰਮ ਨਹੀਂ ਹੋ ਰਿਹਾ ਪਿਛਲੇ 1 ਸਾਲ ਤੋਂ, ਤੇ ਗਾਂ ਵੀ ਨਹੀਂ ਹੋਣਾ, ਕਿਉਂਕਿ ਹੁਣ ਫੇਜ਼ 2 ਆ ਗਿਆ। ਸਕੂਲਾਂ ਦੇ ਬੱਚੇ, ਮਾਂ ਬਾਪ ਸਾਰੇ ਫਿਰ ਦੁਬਾਰਾ ਕਰੋਨਾ ਦੀ ਆੜ ਦੇ ਵਿੱਚ ਉਹ ਕਹਿ ਰਹੇ ਆ ਵਿਚਾਰੇ ਕਿ ਸਾਡੇ ਸਕੂਲ ਖੋਲੋ। ਬੱਚੇ, ਪੇਰੈਂਟਸ ਕਹਿ ਰਹੇ ਆ ਸਕੂਲ ਖੋਲੋ, ਟੀਚਰ ਕਹਿ ਰਹੇ ਆ ਸਕੂਲ ਖੋਲੋ, ਐਮਪਲਾਈ ਕਹਿ ਰਹੇ ਆ ਸਕੂਲ ਖੋਲੋ। ਕਿੰਨਾ ਕੁ ਲੋਕਾਂ ਨੂੰ ਤੁਸੀਂ ਭੁੱਖ ਮਰੀ 'ਚ ਮਾਰੋਗੇ ਤੁਸੀਂ ਸਾਰਾ। ਇਸ ਲਈ ਜਿਹੜਾ ਕਰੋਨਾ ਦਾ ਇਹ ਰੁਲਦੂ ਸਿੰਘ ਜੀ ਕਹਿ ਰਹੇ ਆ, ਉਹ ਕੱਲਾ ਮਜ਼ਦੂਰ ਤੇ ਕਿਸਾਨ ਦਾ ਹੀ ਮਾਮਲਾ ਨਹੀਂ ਹੈ। ਦੇਸ਼ ਦਾ ਭਵਿੱਖ ਇੰਨਾ ਡਾਰਕ ਕਰ ਦਿੱਤਾ ਗਿਆ ਕਿ ਉਹਦੇ 'ਚੋਂ ਦੁਬਾਰਾ ਉਹਨੂੰ ਪੈਰਾਂ ਸਿਰ ਖੜਾ ਕਰਨਾ ਪਤਾ ਨਹੀਂ ਕਿੰਨੀ ਮਿਹਨਤ ਜਟਾਉਣੀ ਪਊਗੀ। ਪਰ ਜਿਹੜੇ ਬੰਦੇ ਮੋਦੀ ਜੀ ਤੇ ਮੋਦੀ ਜੀ ਦੀ ਟੀਮ ਲੱਗੀ ਹੋਈ ਆ, ਉਹਨਾਂ ਨੂੰ ਮਾਸਾ ਵੀ ਕਿਸੇ ਗੱਲ ਦੀ ਚਿੰਤਾ ਨਹੀਂ ਹੈਗੀ। ਮੈਨੂੰ ਅਫਸੋਸ ਨਾ ਕਹਿਣਾ ਪੈਂਦਾ। ਹਾਂਜੀ ਰੋਮਨ। ਸੋ ਪ੍ਰੋਫੈਸਰ ਸਾਹਿਬ, ਇਸ ਦੇ ਨਾਲ ਵੇਲੇ ਪ੍ਰੋਗਰਾਮ ਦੀ ਸਮਾਪਤੀ ਵੱਲ ਤੁਹਾਡੇ ਤੋਂ ਇਜਾਜ਼ਤ ਚਾਹਾਂਗੇ। ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਸ਼ੁਕਰੀਆ ਰੋਮਨ ਜੀ, ਤੁਹਾਡਾ, ਤੁਹਾਡੀ ਟੀਮ ਦਾ, ਸਾਡੇ ਸਰੋਤਿਆਂ ਦਾ ਵੀ ਬਹੁਤ-ਬਹੁਤ ਧੰਨਵਾਦ। ਦਰਸ਼ਕੋ, ਤੁਸੀਂ ਦੇਖ ਰਹੇ ਸੀ ਪ੍ਰੋਗਰਾਮ ਸਿੱਧੀ ਗੱਲ। ਇਜਾਜ਼ਤ ਦਿਓ। ਧੰਨਵਾਦ।